ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਇਆ ਕਰਦੇ ਹਾਂ। ਔਰ ਇਸ ਪ੍ਰੋਗਰਾਮ ਦਾ ਜਿਹੜਾ ਸਮਾਂ ਹੁੰਦਾ ਹੈ ਉਹ 7 ਤੋਂ 8 ਹੁੰਦਾ ਹੈ। ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੁਝ ਨਵਾਂ ਔਰ ਵਿਲੱਖਣ ਤੁਹਾਡੀ ਸੇਵਾ 'ਚ ਹਾਜ਼ਰ ਕੀਤਾ ਜਾਵੇ ਔਰ ਜਿਹਦੇ ਨਾਲ ਕੁਝ ਜਾਗਰੂਕਤਾ ਅਵੇਅਰਨੈਸ ਸਮਾਜ ਦੇ ਵਿੱਚ ਕਮਿਊਨਿਟੀ ਦੇ ਵਿੱਚ ਫੈਲ ਸਕੇ। ਪ੍ਰੋਗਰਾਮ ਦੇ ਦੌਰਾਨ ਅਗਰ ਕੋਈ ਗੱਲਬਾਤ ਜਾਂ ਕੋਈ ਸੁਝਾਅ ਜਾਂ ਸਵਾਲ ਕਰਨਾ ਚਾਹੁੰਦੇ ਆ ਤਾਂ 905 790 9099 ਸਟੂਡੀਓ ਦਾ ਨੰਬਰ ਹੈ। ਔਰ ਤੁਸੀਂ ਫ੍ਰੀ ਸਕਰੀਨ ਦੇ ਉੱਪਰ ਵੀ ਫਲੈਸ਼ ਹੋਇਆ ਜਿਹੜਾ ਨੰਬਰ ਉਹ ਵੀ ਦੇਖ ਸਕਦੇ ਹੋ, ਉਹਦੇ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਆ। 905 790 9099 ਸਟੂਡੀਓ ਦਾ ਨੰਬਰ ਹੈ। ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਦੇ ਉੱਪਰ ਵੀ ਦੇਖ ਸਕਦੇ ਹੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕੋਸ਼ਿਸ਼ ਦੇ ਵਿੱਚ ਹਮੇਸ਼ਾ ਰਹਿੰਦੇ ਹਾਂ ਕਿ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੀ ਨਜ਼ਰ ਕੀਤੇ ਜਾਣ ਜਿਸ ਦੇ ਨਾਲ ਇੰਟਰਟੇਨਮੈਂਟ ਵੀ ਹੋਵੇ ਔਰ ਤੁਹਾਡੇ ਗਿਆਨ ਦੇ ਵਿੱਚ ਵੀ ਵਾਧਾ ਹੋਵੇ, ਅਵੇਅਰਨੈਸ ਵੀ ਫੈਲੇ। ਔਰ ਇਹੀ ਕੋਸ਼ਿਸ਼ ਦੇ ਕਰਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਅਲੱਗ-ਅਲੱਗ ਵਿਸ਼ੇ ਔਰ ਅਲੱਗ-ਅਲੱਗ ਮਹਿਮਾਨ ਤੁਹਾਡੇ ਰੂਬਰੂ ਕੀਤੇ ਜਾਂਦੇ ਆ। ਔਰ ਅੱਜ ਇੰਟਰਟੇਨ ਦੀ ਗੱਲ ਹੋ ਰਹੀ ਹੈ ਤਾਂ ਕਹਿੰਦੇ ਹੁੰਦੇ ਨੇ ਕਿ ਵੀ ਜਦੋਂ ਕਿਸੇ ਕਲਾਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਨੈਗੇਟਿਵ ਪੋਜ਼ੀਟਿਵ ਦੋਨੇ ਗੱਲਾਂ ਜਿਹੜੀਆਂ ਬਰਾਬਰ ਚੱਲਦੀਆਂ, ਦੋਨਾਂ ਦਾ ਗ੍ਰਾਫ ਹੈ ਜਿਹੜਾ ਬਰਾਬਰ ਚੱਲਿਆ ਕਰਦਾ। ਸੋ ਅੱਜ ਪੰਜਾਬੀ ਗਾਇਕੀ ਔਰ ਪੰਜਾਬੀ ਗਾਇਕਾਂ ਦੀ, ਕਲਾਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣਾ ਸਫ਼ਰ ਬੇਸ਼ੱਕ ਦੀ ਪੰਜਾਬ ਜਾਂ ਭਾਰਤ ਤੋਂ ਸ਼ੁਰੂ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ ਜਦੋਂ ਹੀ ਕੈਨੇਡਾ ਦੇ ਵਿੱਚ ਆਪਣਾ ਸਟੇਜ ਸ਼ੋਅ ਕੀਤਾ ਜਾਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਤਾਂ ਉਸ ਤੋਂ ਬਾਅਦ ਉਹ ਰਾਤੇ ਰਾਤ ਸਟਾਰ ਬਣਨ ਵਾਲੇ ਜਿਹੜੇ ਕਲਾਕਾਰ ਜਿਨ੍ਹਾਂ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਪੰਜਾਬੀ 'ਚ ਕਹਿੰਦੇ ਚੜ੍ਹਾਈ ਹੈ, ਪੂਰੀ ਉਹ ਛਾਏ ਹੋਏ ਨੇ। ਪਰ ਇਹਨਾਂ ਨੂੰ ਚੜ੍ਹਾਈ ਕਰਵਾਉਣ ਵਾਲਾ ਜਾਂ ਇਹਨਾਂ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲਾ ਇੱਕ ਅਜਿਹਾ ਸਾਡੇ ਕੋਲੇ ਹੀਰਾ ਹੈ ਜਿਹੜਾ ਕਿ ਅੱਗੇ ਹੀਰਿਆਂ ਨੂੰ ਤਰਾਸ਼ ਕੇ ਤੁਹਾਡੀ ਨਜ਼ਰ ਕਰਦਾ ਰਿਹਾ। ਸੋ ਮੇਰੀ ਮੁਰਾਦ ਹੈ ਇਕਬਾਲ ਮਾਹਲ ਜੀ ਤੋਂ, ਉਹਨਾਂ ਤੋਂ ਸੁਣਦੇ ਹਾਂ ਕਿ ਕਿਹੜੇ ਅਜਿਹੇ ਹੀਰੇ ਸੀ ਜਿਹੜੇ ਤੁਸੀਂ ਤਰਾਸ਼ੇ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਕਿਨਾਰਾ ਹੀ ਕਰ ਗਿਆ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਜੀ। ਜੀਵਨ ਦੇ ਸਫ਼ਰ 'ਚ ਗੱਡੀ 'ਚ ਬੰਦੇ ਚੜ੍ਹਦੇ ਆ, ਗਾਂ ਸਟੇਸ਼ਨ 'ਤੇ ਆਉਣ 'ਤੇ ਉਤਰ ਜਾਂਦੇ ਆ ਜੀ। ਉਹ ਐਂਟਰਟੇਨਮੈਂਟ ਵੀ ਇੱਕ ਐਸੀ ਫੀਲਡ ਹੈ। ਮੇਰਾ ਕੋਈ ਖਾਨਦਾਨੀ ਕਿੱਤਾ ਨਹੀਂ ਸੀ, ਨਾ ਮੇਰੇ ਪੇਰੈਂਟਸ ਇਸ ਪਾਸੇ ਇਨਵੋਲਵ ਸੀ। ਮੈਨੂੰ ਪੰਜਾਬੀ ਜ਼ੁਬਾਨ ਨਾਲ ਲਗਾਓ ਸੀ ਜੀ। ਤੋ ਜਿਹੜਾ ਉਹਦਾ ਸ਼ੁਰੂਆਤ ਹੋਈ ਉਹ ਇਸੇ ਸ਼ਹਿਰ 'ਚੋਂ ਮੈਨੂੰ ਸ਼ੁਰੂ ਹੋਈ। ਮੈਨੂੰ ਦੱਸਦਿਆਂ ਬੜਾ ਦੁੱਖ ਹੁੰਦਾ ਹੈ ਕਿ 1973 ਜਸਵਿੰਦਰ ਪ੍ਰਕਾਸ਼ ਜੀ ਤੇ ਮਸਤਾਨਾ ਜੀ ਪਹਿਲੇ ਇੱਥੇ ਆਏ ਸੀ ਕੈਨੇਡਾ। ਮੈਂ ਉਹ ਬੰਦਾ ਸੀ ਜਿਹੜਾ ਉਹਨਾਂ ਨੂੰ ਵੇਖਣ ਨਹੀਂ ਸੀ ਗਿਆ। ਮੇਰਾ ਕਲਚਰਲ ਗਰੋਥ ਜਿਹੜੀ ਉਹ ਇੰਗਲੈਂਡ 'ਚ ਹੋਣ ਕਰਕੇ ਮੈਂ ਪੂਰਾ ਵੈਸਟਰਨਾਈਜ਼ ਹੋ ਚੁੱਕਾ ਸੀ ਜੀ। ਪਰ ਉਹ ਤੋਂ ਬਾਅਦ ਕੁਛ ਐਸਾ ਅੱਗੇ ਵੀ ਮੈਂ ਇੱਕ ਵਾਰੀ ਦੱਸ ਚੁੱਕਾ ਕਿ ਸਰਦਾਰ ਗੁਰਬਖਸ਼ ਸਿੰਘ ਉਹਨਾਂ ਦੀ ਮਿਲਣੀ ਹੋਈ, ਬਸ ਪਰਿਵਰਤਨ ਆਇਆ, ਹੌਲੀ ਹੌਲੀ ਹੋ ਗਿਆ। ਤੇ ਇੱਥੇ ਪਹਿਲਾਂ ਤਾਂ ਸਾਡੇ ਇੱਥੇ ਸ਼ਹਿਰ ਦੇ ਨੇ ਬ੍ਰੌਡਕਾਸਟਰ ਦੀਪਕ ਸਾਹਿਬ ਜੀ, ਉਹਨਾਂ ਨੇ ਮੇਰੀ ਦੋਸਤੀ ਆ, ਉਹ ਹੁਣ ਵੀ ਹੈਗੀ ਆ। ਤੇ ਉਹ ਮੇਰੇ ਕਾਲਜ ਦੇ ਪੜ੍ਹੇ ਸੀ। ਪਹਿਲਾਂ ਜਿਹੜੀ ਮਿਊਜ਼ਿਕ ਦੀ ਜਾਂ ਪ੍ਰਮੋਸ਼ਨ ਦੀ ਗੱਲ ਸੀ ਉਹ ਉਹਨਾਂ ਤੋਂ ਸ਼ੁਰੂ ਹੁੰਦੀ। ਉਹਨਾਂ ਦਾ ਮੈਂ ਰਿਕਾਰਡ ਵੀ 1-2 ਬਣਾਏ ਜੀ। ਜਦ 3 ਤੀਸਰਾ ਬਣਾਇਆ ਤਾਂ ਮੇਰੇ ਪੈਸੇ ਮੁੱਕ ਗਏ। ਮਾਰਕੀਟਿੰਗ ਬਹੁਤ ਕਰਨੀ ਔਖੀ ਹੈ, ਕਈ ਹੋਰ ਵੀ ਨੁਕਸ ਨੇ ਜੀ। ਤੇ ਦੂਸਰਾ ਇਹ ਹੈ ਕਿ ਜਦੋਂ ਬਾਜ਼ਾਰ ਵਿੱਚ ਕੋਈ ਵੀ ਤੁਸੀਂ ਪ੍ਰੋਡਕਟ ਸਿੱਟਦੇ ਹੋ ਉੱਥੇ 10 ਚੀਜ਼ਾਂ ਹੋਰ ਪਈਆਂ ਨੇ ਤੇ ਹਰ ਬੰਦੇ ਜਿਹਦੇ ਕੋਲ $5-7 ਨੇ ਉਹਨੂੰ ਸੋਚ ਸਮਝ ਕੇ ਖਰਚਣੇ ਵੀ ਇਹਦੇ ਤੇ ਖਰਚਾਂ ਕਿ ਨਾ ਖਰਚਾਂ। ਤਾਂ ਉਹਦੇ 'ਚ ਬੜਾ ਵਧੀਆ ਐਕਸਪੀਰੀਅੰਸ ਨਹੀਂ ਸੀ ਹੋਇਆ ਜੀ। ਤੇ ਬਾਕੀ ਗਾਉਣ ਵਾਲੇ ਇਹ ਕਲਾ ਦੇ ਜਿਹੜੀ ਗੱਲ ਵਧੀਆ ਕਹਿੰਦੇ ਕਲਾ ਦੇ ਪੁਜਾਰੀ ਹੈ। ਮੈਨੂੰ ਅੱਜ ਤਾਈਂ ਕਲਾ ਦਾ ਪੁਜਾਰੀ ਇੱਕ ਅੱਧਾ ਬੰਦਾ ਟੱਕਰਿਆ। ਅੱਛਾ। ਬਾਕੀ ਹਰ ਬੰਦੇ ਨੂੰ ਢਿੱਡ ਲੱਗਾ ਹੈ, ਬੱਚੇ ਪਾਲਣੇ ਨੇ, ਕਿਉਂ ਨਾ ਉਹਨਾਂ ਨੂੰ ਪੈਸੇ ਮਿਲਣ। ਮੇਰਾ ਵਿਚਾਰ। ਔਰ ਇੱਕ ਨਾਲ ਦੀ ਨਾਲ ਇੱਕ ਹੋਰ ਮੈਂ ਗੱਲ ਕਰਨੀ ਚਾਹੁੰਦਾ, ਸਵਾਲ ਹੈ ਇੱਕ ਕਿ ਜਦੋਂ ਤੁਸੀਂ ਕਹਿੰਦੇ ਆ ਵੀ ਕਲਾਕਾਰ ਕਹਿੰਦੇ ਆ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਜਾਂ ਸੱਭਿਆਚਾਰ ਦੀ ਸੇਵਾ ਕਰਦੇ ਹਾਂ, ਔਰ ਤੁਹਾਡੀ ਨਜ਼ਰ ਦੇ ਵਿੱਚ ਕੀ ਆ ਉਹ ਸੇਵਾ ਹੁੰਦੀ ਹੈ? ਨਹੀਂ, ਕੋਈ ਸੇਵਾ ਨਹੀਂ, ਸਗੋਂ ਪੰਜਾਬੀ ਜ਼ੁਬਾਨ ਉਹਨਾਂ ਦੀ ਸੇਵਾ ਕਰ ਰਹੀ ਹੈ। ਮੈਂ ਤਾਂ ਬ੍ਰੌਡਕਾਸਟਰ ਵੀ ਸਾਡੇ ਕੰਨੇ ਤੁਹਾਡੀ ਸੇਵਾ ਵਿੱਚ, ਕਿਹੜਾ ਸੇਵਾ ਵਿੱਚ। ਮੇਰੀ ਖੁਸ਼ਕਿਸਮਤੀ ਰਹੀ ਹੈ, ਮੇਰੀ ਨੌਕਰੀ ਬਹੁਤ ਵਧੀਆ ਸੀ ਜੀ ਤੇ ਮੈਂ 43 ਸਾਲ ਰਿਟਾਇਰ ਹੋਣ ਤਾਈਂ ਕੰਮ ਕੀਤਾ। ਮੇਰੀ ਆਰਥਿਕ ਪ੍ਰੋਬਲਮ ਕੋਈ ਨਹੀਂ ਸੀ। ਇਹ ਖਿੜਕੀ ਮੈਂ ਉਨੀ ਕੁ ਖੁੱਲੀ ਰੱਖੀ ਹੈ ਜਿੰਨੀ ਕੁ ਮੈਨੂੰ ਪਚਦੀ ਹੈ ਤੇ ਉਹਦੇ 'ਚ ਘਾਟੇ ਨਫੇ ਕਈ ਕੁਛ ਹੋਇਆ। ਪਰ
ਇਹ ਤਾਂ ਹੁੰਦਾ ਹੀ ਆ। ਲੋਕੀ ਕਈ ਜੂਆ ਖੇਲਦੇ ਨੇ, ਕੋਈ ਹੋਰ ਪੱਤਾ ਖੇਲਦੇ ਨੇ, ਜੋ ਵੀ ਹੈ। ਮੇਰਾ ਇੱਧਰ ਨੂੰ ਇੰਟਰਸਟ ਇੰਨਾ ਵਧਿਆ ਕਿ ਮੈਨੂੰ ਹੁਣ ਥੋੜੀ ਬਹੁਤੀ ਸਮਝ ਆਉਣ ਲੱਗ ਪਈ ਸੰਗੀਤ ਦੀ, ਇਹਨਾਂ ਲੋਕਾਂ ਨਾਲ ਰਹਿ ਕੇ। ਬੜਾ ਐਕਸਪੀਰੀਅੰਸ ਬੜਾ ਸਕਸੈਸਫੁਲ ਰਿਹਾ। ਜਦੋਂ ਤੁਸੀਂ ਐਜ਼ ਇੱਥੇ ਜਦੋਂ ਤੁਸੀਂ ਕਲਾਕਾਰਾਂ ਨੂੰ ਲੈ ਕੇ ਆਉਂਦੇ ਸੀ ਇੱਥੇ ਪ੍ਰਮੋਟਰ ਦੇ ਤੌਰ ਤੇ, ਤਾਂ ਤੁਸੀਂ ਮੈਂ ਇਹ ਜਾਣਨਾ ਚਾਹਣਾ, ਕਿਉਂਕਿ ਅੱਜ ਸਾਡਾ ਸਾਰਾ ਫੋਕਸ ਹੈ ਜਿਹੜਾ ਇਸ ਅੱਜ ਜਿਹੜਾ ਵਿਸ਼ਾ ਅਸੀਂ ਚੁਣਿਆ ਉਹ ਇਹੀ ਹੈ ਕਿ ਜਿਹੜੀ ਤੁਹਾਡੀ ਨਾਰਾਜ਼ਗੀ ਹੈ ਜਾਂ ਤੁਹਾਡਾ ਥੋੜਾ ਬਹੁਤਾ ਰੋਸ ਹੈ, ਗਿਲਾ ਸ਼ਿਕਵਾ ਹੈ, ਉਹ ਇਹ ਕਲਾਕਾਰ ਜਿਹੜੇ ਪ੍ਰੋਗਰਾਮ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਦੇਖਣਗੇ, ਤੁਹਾਡਾ ਕਲਿੱਪ ਜਿਹੜਾ ਬਣੇਗਾ ਇਹ YouTube ਜਾਂ Facebook ਦੇ ਜ਼ਰੀਏ ਮੀਡੀਆ ਦਾ ਜ਼ਮਾਨਾ ਪਹੁੰਚ ਜਾਣਾ। ਪਰ ਜਿਹੜਾ ਤੁਹਾਡਾ ਸ਼ਿਕਵਾ ਹੈ, ਗਿਲਾ ਹੈ, ਰੋਸ ਹੈ, ਨਾਰਾਜ਼ਗੀ ਹੈ, ਜੋ ਵੀ ਆ, ਅੱਜ ਆਪਾਂ ਉਹਨਾਂ ਦੇ ਬਾਰੇ ਚਰਚਾ ਕਰਨੀ ਹੈ। ਪਰ ਹਾਂਜੀ, ਗਿਲਾ ਇਹ ਆ ਵੀ ਗਿਲਾ ਕਰਨ ਦਾ ਫਾਇਦਾ ਕੀ ਹੈ? ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਜੀ। ਜਿੱਦਾਂ ਜਦੋਂ ਕਿਸੇ ਨੂੰ ਲੋੜ ਸੀ ਤੁਹਾਨੂੰ ਵਰਤ ਲਿਆ, ਤੇ ਮੇਰੀ ਮੁਸੀਬਤ ਇਹ ਸੀ ਮੈਂ ਉਹਨਾਂ ਨੂੰ ਨਹੀਂ ਸੀ ਵਰਤਿਆ। ਜਦੋਂ ਜਗਜੀਤ ਸਿੰਘ ਹੋਰੀ ਇੱਥੇ ਆਏ ਆ, ਉਹ ਮੇਰੇ ਕੋਲ 2-2.5 ਮਹੀਨੇ ਰਹੇ, ਉਹ ਮੇਰੇ ਘਰ ਵੀ ਹੋਇਆ, ਉਹਨਾਂ ਦੀ ਮਹਿਫਲਾਂ ਵੀ ਕਰਾਈਆਂ, ਸ਼ੋਅ ਵੀ ਕਰਾਏ ਨੇ ਜੀ। ਮੈਂ ਉਹ 'ਚੋਂ ਇੱਕ ਪੰਜੀ ਆਪਣੇ ਅਕਾਊਂਟ 'ਚ ਨਹੀਂ ਪਾਈ। ਬੀਜੀ ਸੁਰਿੰਦਰ ਕੌਰ ਨਾਲ ਮੇਰਾ ਰਿਸ਼ਤਾ ਇਹੋ ਜਿਹਾ ਸੀ ਜੀ। ਤੇ ਉਹਦੇ ਬਾਅਦ ਦੂਜੇ ਸਾਲ ਆਏ ਜਾਂ ਤੀਜੇ ਸਾਲ ਹੀ ਬਿਕੇਮ ਅ ਸਟਾਰ। ਤੇ ਪਹਿਲਾਂ ਮੈਂ ਬੰਦਾ ਸੀ ਜਿਹੜੇ ਝਟਕੇ ਪਾਸੇ ਲਾਤਾ। ਅਸੀਂ ਰਿਕਾਰਡ ਵੀ ਬਣਾਇਆ ਸੀ, ਉਹਦੀ 40,000 ਦੀ ਸੇਲ ਹੋਈ, ਤੇ ਜਿਹੜਾ ਬੰਦਾ ਵੇਚਣ ਨਾਲ ਸੀ ਉਹਨੇ ਠੰਠਣ ਗੋਪਾਲ ਮੈਨੂੰ ਹੱਥ ਖੜਾ ਕਰ ਦਿੱਤਾ। ਮੈਨੂੰ ਕੋਰਟ 'ਚ ਜਾਣਾ ਪਿਆ, 2 ਸਾਲ ਸਟਰਗਲ ਕੀਤੀ। ਫਿਰ ਨਤੀਜਾ ਹੋਇਆ ਮੇਰੇ ਹੱਕ 'ਚ ਫੈਸਲਾ ਹੋਇਆ, ਸਮਝੌਤਾ ਹੋ ਗਿਆ ਵੀ $15,000 ਮੈਨੂੰ ਉਹ ਦੇਗਾ। ਅੱਛਾ, $5,000 ਉਸ ਬੰਦੇ ਨੇ ਮੈਨੂੰ ਕੈਸ਼ ਦੇ ਦਿੱਤਾ ਤੇ 10,000 ਦੀ ਡਿਗਰੀ ਲੈ ਲਈ ਵੀ ਮੈਂ ਤੈਨੂੰ ਦੇ ਦਾਂਗਾ। ਅੱਛਾ, ਉਹ ਜਿਹੜਾ 5,000 ਦਿੱਤਾ ਸੀ ਉਹ ਮੇਰੀ ਵਕੀਲਾਂ ਦੀ ਫੀਸ ਸੀ। ਅੱਛਾ, ਤੇ ਉਹ ਤੋਂ ਬਾਅਦ ਉਹਨਾਂ ਨੇ ਝੱਗਾ ਚੁੱਕ ਦਿੱਤਾ ਜੀ, ਬੈਂਕਰਪਸੀ ਡਿਕਲੇਅਰ ਕਰ ਦਿੱਤੀ। ਅੱਛਾ, ਤੇ 10,000 ਮੈਨੂੰ ਕੋਈ ਨਹੀਂ ਲੱਭਾ। ਤੇ ਮੈਂ ਪੁੱਛ ਸਕਦਾ ਵੀ ਉਹ ਕਿਹੜੀ ਸ਼ਖਸੀਅਤ ਹੈ ਜਿਹਦੇ ਬਾਰੇ? ਉਹ ਬੰਦਾ ਇਸ ਧਰਤੀ ਤੇ ਚਲੇ ਗਏ ਜੀ, 50-55 ਸਾਲ ਦਾ। ਅੱਛਾ, ਮੈਂ ਵਿਸ਼ ਤਾਂ ਨਹੀਂ ਕਿਸੇ ਨੂੰ ਮਾੜਾ ਕਰਦਾ, ਤੇ ਉਹਨਾਂ ਦਾ ਨਾਂ ਲੈਣਾ ਵੀ ਹੁਣ ਜਾਇਜ਼ ਨਹੀਂ। ਠੀਕ ਹੈ ਤੁਹਾਡੀ ਗੱਲ। ਅੱਛਾ, ਉਹ ਬੜੇ ਚਾਅ ਨਾਲ ਅਸੀਂ MDH ਮਾਹਲ ਧਮਾਨ ਹੀਰ ਪ੍ਰੋਡਕਸ਼ਨ ਬਣਾਈ ਸੀ। ਜਗਜੀਤ ਸਿੰਘ ਦਾ ਜਿਹੜਾ ਸਰਨੇਮ ਆ ਧਮਾਨ ਹੈ, ਰਾਮਗੜੀਆ ਪਰਿਵਾਰ ਚੋਂ ਨੇ। ਅੱਛਾ, ਮੇਰਾ ਮਾਹਲ ਸੀ, ਧਮਾਨ ਉਹਦਾ ਸੀ, ਤੇ ਹੀਰ ਉਸ ਬੰਦੇ ਦਾ ਨਾਂ ਸੀ। ਅੱਛਾ, ਹਾਂਜੀ। ਤੇ ਬਾਕੀ ਰਿਹਾ ਜਗਜੀਤ ਸਿੰਘ, ਉਹ ਦੇਖੋ ਕੋਈ ਵੀ ਆਰਟਿਸਟ ਹੈ, ਉਹਨੂੰ ਇਹ ਨਹੀਂ, ਉਹਨੂੰ ਅੱਜ ਪਤਾ ਵੀ ਰੋਟੀ ਆਉਂਦੀ ਆ। ਜੇ ਤੁਸੀਂ BA B.Ed ਕਰਕੇ ਹਾਈ ਸਕੂਲ ਟੀਚਰ ਤੁਹਾਨੂੰ ਨਿਯੁਕਤੀ ਮਿਲ ਗਈ ਤਾਂ ਤੁਹਾਨੂੰ ਪਤਾ ਹਰ ਮਹੀਨੇ ਤਨਖਾਹ ਆਣੀ, ਤਾਂ ਬੈਂਕ 'ਚ ਨੌਕਰੀ ਕਰ ਲਈ ਜਾਂ ਹੋਰ ਕਿਤੇ ਚੱਲਾ ਜੀ। ਜਿਹੜੇ ਸ਼ੋਅ ਮਿਲਦੇ ਨੇ ਉਹ ਕਿਸ ਰੂਪ 'ਚ ਮਿਲਦੇ ਨੇ? ਉਹ ਜਦੋਂ ਤੁਹਾਡੀ ਬੱਲੇ ਬੱਲੇ ਲੋਕੀ ਤੁਹਾਡੇ ਮਗਰ ਦੌੜਦੇ ਨੇ, ਅਗਲੇ ਸਾਲ ਤੁਸੀਂ ਫੁੱਸ ਹੋ ਗਏ, ਤੁਹਾਨੂੰ ਕੋਈ ਨਹੀਂ ਪੁੱਛਦਾ। ਉਹਨਾਂ ਦੀ ਵੀ ਮਜਬੂਰੀ ਹੈ। ਮੈਂ ਉਹਨਾਂ ਦਾ ਪੱਖ ਇਸ ਪੱਖੋਂ ਮੈਨੂੰ ਕੋਈ ਤਕਲੀਫ ਨਹੀਂ ਇਹ ਦੱਸਦਿਆਂ। ਪਰ ਮਾਹਲ ਸਾਹਿਬ ਜਦੋਂ ਉਹ ਬੁਲੰਦੀਆਂ ਦੇ ਉੱਤੇ ਹੁੰਦੇ ਨੇ, ਜਾਂ ਮਤਲਬ ਇਹ ਕਹਿ ਲਓ ਕਿ ਜਦੋਂ ਤੁਸੀਂ ਉਹਨਾਂ ਦਾ ਸ਼ੋਅ ਕਰਵਾਇਆ ਕੈਨੇਡਾ ਦੇ ਵਿੱਚ, ਤੁਸੀਂ ਲੈ ਕੇ ਆਏ, ਔਰ ਮੈਂ ਇਹ ਵੀ ਮੈਨੂੰ ਕੋਈ ਅਤਕਥਨੀ ਨਹੀਂ ਆ ਦੱਸਣ ਦੇ ਵਿੱਚ ਕਿ ਦੇਖਦੇ ਰਹੇ ਆ ਤੁਹਾਡੇ ਪ੍ਰੋਗਰਾਮ, ਕਿਉਂਕਿ ਤੁਸੀਂ ਵੀ ਬਹੁਤ ਪੁਰਾਣੇ ਐਜ਼ ਏ ਹੋਸਟ ਇੱਕ ਬ੍ਰੌਡਕਾਸਟਰ ਦੇ ਤੌਰ ਤੇ ਕੰਮ ਕਰ ਰਹੇ, ਸਟਿਲ ਕਰ ਰਹੇ ਹੋ। ਤੁਹਾਡੇ ਪ੍ਰੋਗਰਾਮਸ ਦੇ ਵਿੱਚ ਅਸੀਂ ਉਹਨਾਂ ਕਲਾਕਾਰਾਂ ਨੂੰ, ਉਹ ਕਈ ਵਾਰੀ ਅਸੀਂ ਦੇਖਿਆ ਕਿ ਉਹ ਛੋਟੀਆਂ ਮਹਿਫਲਾਂ ਦੇ ਵਿੱਚ, ਜਾਂ ਤੁਸੀਂ ਸਪੈਸ਼ਲ ਇੰਡੀਆ ਜਾ ਕੇ ਉਹਨਾਂ ਦੀ ਵੀਡੀਓ ਰਿਕਾਰਡ ਕਰਕੇ ਲੈ ਕੇ ਆਉਂਦੇ ਸੀ, ਔਰ ਇੱਥੇ ਤੁਸੀਂ ਉਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਪ੍ਰਮੋਟ ਕਰ ਦਿੰਦੇ ਸੀ ਕਿ ਜਦੋਂ ਕਲਾਕਾਰ ਆਉਂਦਾ ਸੀ ਤਾਂ ਇੱਥੇ ਉਹਨਾਂ ਨੂੰ ਜਿਹੜੀਆਂ ਟਿਕਟਾਂ ਨਹੀਂ ਸੀ ਮਿਲਦੀਆਂ। ਲੋਕ ਨਹੀਂ, ਇਸ ਤਰ੍ਹਾਂ ਚੱਕਰ ਇਹ ਹੈ ਕਿ ਮੇਰੀ, ਜਿੱਦਾਂ ਮੈਂ ਅੱਗੇ ਵੀ ਤੁਹਾਨੂੰ ਕੁਝ ਦੱਸਿਆ ਸੀ ਕਿ ਮੈਂ ਜਦੋਂ 16-17 ਕੁ ਵਰਿਆਂ ਦਾ ਸੀ ਇੰਗਲੈਂਡ ਆ ਕੇ, ਉੱਥੇ ਇੱਕ ਬੈਂਡ ਹੁੰਦਾ ਸੀ ਗੋਰਿਆਂ ਦਾ, ਮੈਂ ਉਹਨਾਂ ਨਾਲ ਚੱਲਦਾ ਰਿਹਾ। ਉਹਨਾਂ ਤੋਂ ਕਈ ਕੁਛ ਮੈਂ ਸਿੱਖਿਆ। ਇੱਕ ਤੇ ਸਿੱਖਿਆ ਅਨੁਸ਼ਾਸਨ, ਵਕਤ ਸਿਰ ਸ਼ੁਰੂ ਤੇ ਵਕਤ ਸਿਰ ਬੰਦ ਜੀ। ਤੇ ਜਿਹੜੀ ਸੈਟਅਪ ਵੀ ਕਰਦੇ ਹਨ ਸੀ, ਉਹਨਾਂ ਨੇ 2 ਘੰਟੇ ਪਹਿਲਾਂ ਜਾ ਕੇ ਆਪਣਾ ਸਾਊਂਡ ਸਿਸਟਮ ਜਦੋਂ ਫਰਜ਼ ਕਰੋ 8 ਵਜੇ ਆ, 8 ਵਜੇ ਉਹਨਾਂ ਨੇ ਇਹ ਨਹੀਂ ਵੀ ਮਾਈਕ ਟੈਸਟਿੰਗ, ਹਾਂ 1 2 3 ਗੋ, ਠੀਕ ਹੈ। ਉਹ ਡਿਸਪਲਿਨ ਮੇਰੇ ਵਿੱਚ ਜੀ ਬੈਡਡ ਹੈ। ਮੈਂ ਜਦ ਫੋਰ ਐਗਜ਼ਾਮਪਲ ਮੇਰਾ ਸ਼ੋਅ 8 ਵਜੇ ਸ਼ਾਮ ਨੂੰ ਜੀ, ਤੇ ਮੈਂ ਉੱਥੇ 2-2:30 ਵਜੇ ਲੱਗਾ ਫਿਰਦਾ, ਮੇਰੀ ਸੈਟਿੰਗ ਹੁੰਦੀ ਹੈ 3-4 ਵਜੇ। ਉਹਨਾਂ ਜਿਹੜੇ ਸਾਊਂਡ ਸਿਸਟਮ ਕਰਦੇ ਨੇ ਉਹਨਾਂ ਨੂੰ ਪਤਾ ਕਿਹੜੇ ਨੰਬਰ ਦਾ ਮਾਈਕ ਫਲਾਨਾ ਚਾਹੀਦਾ, ਇੱਥੇ ਢੋਲ ਵਾਲੇ ਨੇ ਬਹਿਣਾ, ਇੱਥੇ ਉਹਨੇ ਬਹਿਣਾ, ਪੂਰਾ ਨਕਸ਼ਾ ਬਣਿਆ। ਮੇਰੇ ਕੋਲ ਇੱਕ ਮੇਰਾ ਦੋਸਤ ਹੈ ਬਬਲੀ ਜੱਸਲ, ਉਹਨੇ ਮੈਨੂੰ ਲਿਖ ਕੇ ਦਿੱਤਾ। ਮੈਂ ਬਾਹਰਲੇ ਸ਼ਹਿਰ 'ਚ ਵੀ ਜਾਵਾਂ, ਉਹਨਾਂ ਨੇ 1 ਹਫ਼ਤਾ ਪਹਿਲਾਂ ਮੇਲ ਕਰ ਦਿੰਦਾ। ਸੱਚੀ ਦੱਸਿਓ, ਕੀ ਭਾਰਤੀ ਮੂਲ ਦਾ ਕੋਈ ਵੀ ਪ੍ਰਮੋਟਰ ਇਹ ਕਰਦਾ? ਬਿਲਕੁਲ ਹੀ ਨਹੀਂ।
ਬਿਲਕੁਲ ਨਹੀਂ। ਉਹਨਾਂ ਨੂੰ ਇਹ ਪਤਾ ਵੀ ਜਿਹੜੀ ਸਟੇਜ ਉਹ ਕਿਵੇਂ ਬਣਾਉਣੀ ਆ, ਕਿੰਨੇ ਫੁੱਟ ਉੱਚੀ ਹੋਣੀ ਚਾਹੀਦੀ ਹੈ, ਕਿੰਨੇ ਫੁੱਟ ਚੌੜੀ ਤੇ ਲੰਮੀ ਜੋ ਵੀ ਹੈ ਜੀ। ਉਹ ਮੇਰੇ ਫਾਦਰ ਸਾਹਿਬ ਨੇ ਉਹਨੂੰ ਸਕੈਚ ਬਣਾ ਦਿੱਤਾ ਸੀ, ਮੈਂ ਉਹਨੂੰ ਈਮੇਲ ਕਰ ਦਿੰਦਾ। ਸੋ ਮੇਰੇ ਜਾਂਦਿਆਂ ਨੂੰ ਉਹ ਸੈਟਿੰਗ ਲੱਤਾਂ ਲਾ ਕੇ ਜਿੰਨੀ ਜਦ ਸਰਤਾਜ ਗੱਭੇ ਬਹਿੰਦਾ ਸੀ ਉਹ ਉੱਚਾ ਸੀ ਫੁੱਟ, ਬਾਕੀ ਦੇ ਨੀਵੇਂ ਸੀ ਜੀ। ਤਾਂ ਉਹ ਮੇਰਾ ਤਜਰਬਾ ਬਹੁਤ ਕੰਮ ਆਉਂਦਾ। ਕੋਈ ਵੀ ਕੰਮ ਕਰਦੇ ਹੋ ਤੁਸੀਂ ਡਿਸਪਲਿਨ 'ਚ ਕਰਦੇ ਹੋ, ਉਹਦੀ ਬੜ੍ਹਤ ਆਪ ਹੁੰਦੀ ਹੈ ਜੀ। ਹੁਣ ਸਰਤਾਜ ਤੋਂ ਮੈਂ ਕਰਨਾ, ਉਹ ਤੋਂ ਪਹਿਲਾਂ ਤਾਂ ਮੈਂ ਕਈ ਚਿਰ ਦਾ ਇਨਵੋਲਵ ਰਿਹਾ। ਉਸ ਬੱਚੇ ਨੂੰ ਕੋਈ 10,000 ਰੁਪਇਆ ਦੇ ਕੇ ਰਾਜੀ ਨਹੀਂ ਸੀ। ਮੈਨੂੰ ਉਹਦੇ 'ਚ ਵਿਲੱਖਣਤਾ ਲੱਗੀ ਹੈ, ਜਿਹੜਾ ਉਹਦਾ ਗੁਣ ਹੈ, ਉਹਦੀ ਸ਼ਾਇਰੀ, ਉਹਦਾ ਗੁਣ ਹੈ। ਗਵਈਆ ਤਾਂ ਉਹ 33 ਨੰਬਰ ਵਾਲਾ, ਜੇ ਉਹਨੂੰ ਕਹੋ ਮੈਂ ਗਵਈਆ ਮਾਠਾ ਹੀ ਹੈ, ਪਰ ਜਿਹੜੀ ਉਹਦੀ ਸੂਖਮ ਸ਼ਾਇਰੀ ਆ ਉਹ ਸੋਨੇ ਤੇ ਸੁਹਾਗਾ ਹੈ। ਜੇ 100 ਨੰਬਰ ਉਹਨੂੰ ਦੇਣੇ ਤਾਂ 80 ਨੰਬਰ ਉਹਦੀ ਕਵਿਤਾ ਦੇ ਤੇ 20-25 ਨੰਬਰ ਉਹਦੇ ਗਾਉਣ ਦੇ। ਗਵਈਆ ਤਾਂ ਸਰਦੂਲ ਸਿਕੰਦਰ ਹੈ ਜੀ। ਇਹ ਲੋਕ ਜਿਹੜੇ ਹੈਗੇ ਨਾ, ਹੀ ਇਜ਼ ਗੁੱਡ। ਉਹ ਮੀਰਾ ਆਲਮਾ ਦਾ ਮੁੰਡਾ, ਉਹਦੇ ਅੰਦਰ ਗਾਇਕੀ ਹੈ। ਤੇ ਪਰ ਮੈਂ ਸਮਝਦਾ ਕਿ ਤੁਸੀਂ ਜ਼ਰੂਰੀ ਨਹੀਂ ਕੋਈ ਕਲਾਸੀਕਲ ਦੇ ਗਵਈ ਹੋ, ਜੋ ਤੁਹਾਡੇ ਅੰਦਰ ਹੈ, ਜੇ ਸਹਿਜ ਕਿਸੇ ਨੂੰ ਭਾਉਂਦਾ, ਉਹ ਜਿਹਨੂੰ ਕਹਿੰਦੇ ਆ ਦੁਲਹਨ ਨੂੰ ਵਹੀ ਜੋ ਪੀਆ ਮਨ ਭਾਏ, ਗਵਈ ਉਹ ਜਿਹੜੇ ਲੋਕਾਂ ਨੂੰ ਪਸੰਦ ਆਉਂਦੇ। ਕਦੀ ਯਮਲਾ ਜੀ ਨੇ ਸਟੇਜ ਤੇ ਜਾ ਕੇ ਲੋਕਾਂ ਨੂੰ ਦੱਸਿਆ ਸੀ ਮੈਨੂੰ ਗਿਆਨ ਹੈ ਕਿੰਨਾ ਸੰਗੀਤ ਦਾ, ਸਾਦੀਆਂ ਤਰਦਨ ਦੱਸ ਮੈਂ ਕੀ ਪਿਆਰ ਵਿੱਚ ਕਿਹੜੇ ਰਾਗ 'ਚ ਹੈ, ਕਿਹੜੇ 'ਚ ਨਹੀਂ। ਬਿਲਕੁਲ ਉਹਨੇ ਕਦੀ ਇਹ ਤੇ ਦੌਰ ਨਹੀਂ ਪਾਈ। ਉਹਨਾਂ ਦੀ ਜਿਹੜੀ ਸਾਦਗੀ ਸੀ ਉਹ 'ਚ ਬੜਾ ਕੁਝ ਸੀ। ਸੁਰ 'ਚ ਗਾਉਂਦੇ ਸੀ। ਬੀਜੀ ਸੁਰਿੰਦਰ ਕੌਰ ਨਾਲ ਮੈਂ 28 ਵਰੇ ਕੰਮ ਕੀਤਾ। ਮੈਂ ਸਮਝਦਾ ਉਹ ਤੋਂ ਵੱਡੀ ਪੰਜਾਬੀ 'ਚ ਗਾਉਣ ਵਾਲੀ ਪੈਦਾ ਨਹੀਂ ਹੋਈ ਤੇ ਨਾ ਹੋਏਗੀ। ਕਾਰਨ ਦੇਖੋ, ਅਸੀਂ ਇਸ ਸਮਾਜ 'ਚ ਰਹਿੰਦੇ ਹਾਂ ਜਿੱਥੇ ਸਿੱਖਾਂ ਦੀਆਂ ਕੁੜੀਆਂ ਨੂੰ ਸਿਵਾਏ ਗੁਰਬਾਣੀ ਦਾ ਗੁਰਦੁਆਰੇ ਸ਼ਬਦ ਬੇਟੇ ਪੜ੍ਹ ਲਓ, ਇਹ ਤੋਂ ਵੱਧ ਕੁਝ ਨਹੀਂ ਜੀ। ਉਹਦੀ ਕਿੱਡੇ ਹੀ ਉਹਨੇ ਜੋਖਮ 'ਚ ਆਪਣੀ ਜਾਨ ਪਾਈ। ਆਪਣੇ ਭਰਾਵਾਂ ਨੂੰ ਕਹਿ ਕੇ ਉਹਨੇ ਕਲਾਸੀਕਲ ਮਿਊਜ਼ਿਕ ਸਿੱਖਿਆ, ਪਿਓ ਕਹਿੰਦਾ ਨਹੀਂ ਕਰਨਾ। ਫਿਰ ਉਹ ਕਿਸ ਤਰ੍ਹਾਂ ਕਾਮਯਾਬ ਹੋਈ। 12-13 ਵਰਿਆਂ ਦੀ ਤਾਂ ਰੇਡੀਓ ਦੀ A ਕਲਾਸ ਆਰਟਿਸਟ ਸੀ। ਸਮਝੇਂਗੇ ਨਹੀਂ ਉਹ ਇੱਕ ਨਾ ਸ਼ਿੱਦਤ। ਅੱਛਾ, ਹੁਣ ਮੈਂ ਜਦੋਂ ਉਹਨਾਂ ਨੂੰ ਮਿਲਿਆ, ਉਹਨਾਂ ਦੀ ਉਮਰ 45 ਕੁ ਸਾਲ ਦੀ ਸੀ ਜੀ। ਸਾਡੇ ਕੋਲ ਰਹਿੰਦੇ ਸੀ। ਗਰਮੀਆਂ 'ਚ ਆ ਕੇ 1-2 ਮਹੀਨੇ ਮੈਂ ਆਲੇ ਦੁਆਲੇ ਪ੍ਰੋਗਰਾਮ ਕਰ ਦੇਣੇ ਜਾਂ ਆਪ ਵੀ ਕਰ ਦੇਣੇ। ਸਵੇਰ ਉੱਠ ਕੇ ਉਹਨਾਂ ਚਾਹ ਪੀਣ ਬੱਚਿਆ ਉਹਨਾਂ ਦਾ ਫੇਵਰੇਟ ਲਫ਼ਜ਼ ਸੀ ਆਵਾਜ਼ਾਂ ਰੱਖ ਸੂ। ਅੱਛਾ। ਤੇ ਮੈਂ ਲਿਵਿੰਗ ਰੂਮ 'ਚ ਆਵਾਜ਼ਾਂ ਲਿਆ ਕੇ ਰੱਖ ਦੇਣਾ, ਉਹਨਾਂ ਨੇ ਆਪਣਾ ਘੰਟਾ ਰਿਆਜ਼ ਕਰਨਾ। ਠੀਕ। ਉਹਨਾਂ ਨੂੰ ਕੋਈ ਗੁਣੀ ਉਸਤਾਦ ਲੱਭ ਜਾਏ, ਉਹ ਫਟ ਜਾ ਕੇ ਉਹ ਤੋਂ ਸਿੱਖਿਆ ਲੈਂਦੀ ਸੀ। ਉਹ ਮਤਲਬ ਸ਼ੀ ਦੈਟ ਮਾਈਂਡ। ਉਹਨੂੰ ਕਲਾਸੀਕਲ ਬੇਸ ਹੋਣ ਕਰਕੇ ਉਹਨੂੰ ਲੋਕ ਫੋਕਲੋਰ ਵੀ ਗਾਣੀ ਸੌਖੀ ਸੀ। ਸ਼ਿਵ ਕੁਮਾਰ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਉਹਨੇ ਉਹ ਵੀ ਸਭ ਤੋਂ ਵੱਧ ਗਾਇਆ ਜੀ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਹੁਣ ਇਹ ਤੁਸੀਂ ਵੀ ਦੇਖਿਆ ਹੋਣਾ, ਹਰ ਗਾਉਣ ਵਾਲੇ ਦੇ ਬੱਚੇ ਵੀ ਨੇ। ਬਿਲਕੁਲ। ਸੁਰਿੰਦਰ ਸ਼ਿੰਦਾ ਦੇ ਬੱਚੇ ਨੇ, ਮਾਨਕ ਸਾਹਿਬ ਦੇ ਬੱਚੇ ਨੇ ਜੀ। ਸੁਰਿੰਦਰ ਕੌਰ ਦੀ ਵੀ ਧੀ ਗਾਉਂਦੀ ਹੈ, ਹੋਰ ਕਈਆਂ ਦੇ ਬੱਚੇ ਗਾਉਂਦੇ ਨੇ। ਤੁਸੀਂ ਦੇਖਿਆ ਕਿ ਇੱਕ ਵੀ ਕਾਮਯਾਬ ਨਹੀਂ ਹੋਇਆ। ਬਿਲਕੁਲ ਸਹੀ ਕਹਿ ਰਹੇ ਹੋ। ਨਾ ਮਹਿਦੀ ਹਸਨ ਦਾ ਬੱਚੇ ਕਾਮਯਾਬ ਹੋਏ, ਨਾ ਗੁਲਾਮ ਅਲੀ ਦੇ ਤੇ ਨਾ ਹੀ ਸ਼ੌਕਤ ਅਲੀ ਦੇ ਜੀ। ਕਾਰਨ ਕੀ ਹੈ? ਜੇ ਆਪਾਂ ਥੋੜਾ ਕਾਰਨ ਕੀ, ਉਹ ਨਕਲ ਦੀ ਨਕਲ ਮਾਰਦੇ। ਇਹ ਵੀ ਠੀਕ ਹੈ ਤੁਹਾਡੀ ਗੱਲ। ਜੇ ਕੋਈ ਵੀ ਕਹੇ, ਉਹਦਾ ਮੁੰਡਾ ਕਹੇ ਕਿ ਮੈਂ ਮਹਿਦੀ ਹਸਨ ਦੇ ਬਰਾਬਰ ਹੋਣਾ, ਸਵਾਲ ਨਹੀਂ ਪੈਦਾ ਹੋ ਸਕਦਾ, ਕਿਉਂਕਿ ਉਹ ਇੱਕ ਆਈ ਸੀ ਜੀ। ਜਾਂ ਕੋਈ ਕਹੇ ਮੈਂ ਸੁਰਿੰਦਰ ਕੌਰ ਇੱਕ ਨੰਬਰ 2 ਬਣਨਾ, ਉਹ 2 ਕੀ 10 ਵੀ ਨਹੀਂ ਬਣ ਸਕਦਾ, ਜਿੱਡੀ ਵੱਡੀ ਉਹਦੀ ਹਸਤੀ ਸੀ ਜੀ। ਬਿਲਕੁਲ। ਇੱਦਾਂ ਹੀ ਦਦਾਰ ਸੰਧੂ ਆ, ਇੱਦਾਂ ਹੀ ਸਰਦੂਲ ਦੇ ਨਿਆਣੇ ਨੇ, ਇੱਦਾਂ ਹੀ ਸੁਰਿੰਦਰ ਸ਼ਿੰਦਾ ਤੇ ਮਾਨਕ ਦੇ ਬੱਚੇ ਨੇ। ਉਹਨਾਂ ਕੋਲ ਸਵਾਏ ਆਪਣੇ ਪਿਓ ਦੀਆਂ ਪੈੜਾਂ ਤੇ ਹੋਰ ਕੁਝ ਨਹੀਂ ਜੀ। ਬਿਲਕੁਲ ਠੀਕ। ਤੁਸੀਂ ਛਿੰਦੇ ਦਾ ਮੁੰਡਾ ਦੇਖ ਲਓ, ਉਹ ਵੀ ਜਿਉਣਾ ਮੋੜ ਤੇ ਉਹੀ ਗਾਈ ਜਾਂਦੇ ਆ। ਫਿਰ ਪੁੱਛਦੇ ਆ ਦੱਸੋ ਜੀ ਕੀ ਕਰੀਏ। ਹੁਣ ਮੈਂ ਸਕੂਲ ਤਾਂ ਖੋਲਿਆ ਨਹੀਂ ਕੱਲੇ ਨੂੰ ਲੈਸਨ ਦੇਣਾ। ਮੇਰਾ ਨਿੱਜੀ ਵਿਚਾਰ ਇਹ ਆ ਜੀ, ਕੋਈ ਚੀਜ਼ ਜੇ ਤੁਸੀਂ ਵੱਖਰੀ ਕਰਦੇ ਹੋ, ਅਲੱਗ ਕਰਦੇ ਹੋ, ਉਹਦੀ ਮੈਂ ਤੁਹਾਨੂੰ ਮਿਸਾਲ ਦਿੰਦਾ। ਪਰਵੇਜ਼ ਮਹਿਦੀ ਦਾ ਤੁਸੀਂ ਨਾਂ ਸੁਣਿਆ ਜੀ? ਬਿਲਕੁਲ। ਉਹਦਾ ਪਿਓ ਤੂੰਬਾ ਲੈ ਕੇ ਫੋਕ ਗਾਉਂਦਾ ਸੀ। ਉਹਨੇ ਆਪਣਾ ਮੁੰਡਾ ਮਹਿਦੀ ਹਸਨ ਸਾਹਿਬ ਨੂੰ ਸ਼ਾਗਿਰਦ ਬਣਾਤਾ। ਹੁਣ ਕਿੱਥੇ ਇੱਕ ਤਾਰੇ ਨਾਲ ਗਾਉਣ ਵਾਲਾ ਤੇ ਕਿੱਥੇ ਮਹਿਦੀ ਹਸਨ ਸਾਹਿਬ ਦੀ ਗਾਇਕੀ। ਪਰਵੇਜ਼ ਕੋਲ ਨਵਾਂ ਰੰਗ ਚੜਿਆ। ਉਹ ਜਿੰਨਾ ਚਿਰ ਉਹਨੇ ਗਾਇਆ ਬਾ ਕਮਾਲ ਗਾਇਆ। ਬਿਲਕੁਲ ਠੀਕ। ਸੋ ਇਸ ਕਰਕੇ ਹੁਣ ਤੁਸੀਂ ਮੁਕੇਸ਼ ਸਾਹਿਬ ਦਾ, ਨਿਤਨ ਮੁਕੇਸ਼, ਆਪਣੇ ਕਿਸ਼ੋਰ ਸਾਹਿਬ ਦਾ ਬੇਟਾ ਕਿੱਥੇ ਨੇ? ਦੇ ਆਰ B ਕਲਾਸ ਕਾਪੀ ਆਫ ਦੇਅਰ ਫਾਦਰਸ। ਆਪਣੇ ਮਾਪਿਓ ਦੀਆਂ B ਕਲਾਸ ਕਾਪੀਆਂ। ਇਹ ਤਾਂ ਹੋ ਹੀ ਨਹੀਂ ਸਕਦਾ ਕੋਈ ਵੀ। ਬਿਲਕੁਲ ਠੀਕ। ਇਸ ਕਰਕੇ ਮੇਰਾ ਇਸ ਪਾਸੇ ਨੂੰ ਜਿਹੜਾ ਝੁਕਾਅ ਆ। ਸੋ ਜੀ, ਮੈਂ ਹੁਣ ਥੋੜਾ ਜਿਹਾ ਫਿਰ ਪਿਛਲ ਝਾਤ ਮਾਰ ਗਿਆ। ਉਹ ਇਹ ਹੈ ਕਿ ਵੀ ਜਦੋਂ ਸਭ ਤੋਂ ਪਹਿਲਾਂ ਤੁਸੀਂ ਇਸ ਕਿੱਤੇ ਦੇ ਵਿੱਚ ਆਏ, ਜਾਂ ਇਸ ਨੂੰ ਇੱਕ ਪੈਸ਼ਨ ਦੇ ਤੌਰ ਤੇ ਤੁਸੀਂ ਸ਼ੁਰੂ ਕੀਤਾ, ਇੱਕ
ਪ੍ਰਮੋਸ਼ਨ ਦੇ ਤੌਰ ਤੇ, ਪ੍ਰਮੋਟਰ ਦੇ ਤੌਰ ਤੇ, ਸਭ ਤੋਂ ਪਹਿਲਾਂ ਕਿਹੜਾ ਕਲਾਕਾਰ ਸੀ, ਜਾਂ ਪੰਜਾਬੀ ਜਾਂ ਹਿੰਦੀ ਜਾਂ ਕੋਈ ਵੀ, ਜਿਹੜਾ ਤੁਸੀਂ ਇੱਥੇ ਉਹਨੂੰ ਪਹਿਲਾਂ ਭਾਰਤ ਤੋਂ ਲੱਭ ਕੇ ਫਿਰ ਇੱਥੇ ਪ੍ਰਮੋਟ ਕਰਕੇ ਫਿਰ ਉਹਨੂੰ ਸਟੇਜ ਸ਼ੋਅ ਤੇ ਲੈ ਕੇ ਆਏ? ਜਗਜੀਤ ਸਿੰਘ, ਚਿਤਰਾ ਸਿੰਘ 78 ਚ ਮੈਂ ਲਿਆਂਦੇ ਸੀ ਜੀ। ਉਹ ਪਹਿਲੇ ਸੀਗੇ ਜਿਹੜੇ ਕਿ ਮੇਰੇ ਕੋਲੇ ਸਿੱਧੇ ਮੇਰੇ ਕੋਲ ਲੈ ਕੇ ਆਇਆ ਸੀ ਜੀ। ਉਹ ਤੋਂ ਪਹਿਲਾਂ ਮਸਤਾਨਾ ਜੀ, ਪੁਸ਼ਪਾਨ ਕਿਸੇ ਹੋਰ ਸੱਜਣ ਨੇ ਸੱਦੇ ਸੀ ਤੇ ਉਹਨਾਂ ਦਾ ਸ਼ੋਅ ਵਧੀਆ ਨਹੀਂ ਗਿਆ, ਮੈਨੂੰ ਦੁੱਖ ਨਾ ਕਹਿਣਾ ਪੈਂਦਾ। ਤੇ ਮੈਂ ਕਿਹਾ ਜੀ ਮੈਂ ਕਰਾਂਗਾ। ਕਹਿੰਦੇ ਕੀ ਦਿਓਗੇ? ਮੈਂ ਕਿ ਦੇਣਾ ਕੁਛ ਨਹੀਂ, ਜਿੰਨੇ ਹੋਏ ਤੁਹਾਡੇ। ਤੇ ਅਸੀਂ ਬਰੈਂਪਟਨ ਸ਼ੋਅ ਕੀਤਾ ਜੀ, ਸੋਲਡ ਆਊਟ, ਜਿੰਨੇ ਬੰਦੇ ਅੰਦਰ ਸੀ ਇੰਨੇ ਬਾਹਰ ਖਲੋਤੇ ਸੀ। ਉੱਥੋਂ ਮੈਨੂੰ ਉਤਸ਼ਾਹ ਮਿਲਿਆ। ਮੈਂ ਕੋਈ ਪੈਸੇ ਲਈ ਸੱਚੀ ਦੱਸਾਂ ਕੰਮ ਨਹੀਂ ਕੀਤਾ ਜ਼ਿੰਦਗੀ 'ਚ। ਮੇਰੀ ਨੌਕਰੀ ਜਿੱਦਾਂ ਪਹਿਲਾਂ ਕਹਿ ਚੁੱਕਾ ਠੀਕ ਠਾਕ ਸੀ, ਮੇਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਸੀ। ਮੇਰੇ ਅੰਦਰ ਇੱਕ ਫਤੂਰ ਸੀ ਜਿਹਦੇ 'ਚ ਮੈਂ ਇਸ ਪਾਸੇ ਆਇਆ ਜੀ। ਫਿਰ 79 ਜਗਜੀਤ ਹੋਣੀ ਫੇਰ ਆਏ। ਫਿਰ ਮੈਂ ਬੀਜੀ ਸੁਰਿੰਦਰ ਕੌਰ ਨੂੰ ਪਹਿਲੀ ਵਾਰੀ ਕੈਨੇਡਾ 'ਚ ਲੈ ਕੇ ਆਇਆ। ਮੈਂ ਜਗਜੀਤ ਸਿੰਘ ਜ਼ੀਰਵੀ ਦਾ ਫੈਨ ਹਾਂ। ਮੈਂ ਸਮਝਦਾ ਕਿ ਪੰਜਾਬੀ 'ਚ ਜਿਹੜੀ ਪੰਜਾਬੀ ਦੀ ਗਜ਼ਲ ਗਾਣੀ ਆ ਤੇ ਸ਼ਿਵ ਕੁਮਾਰ ਗਾਣਾ ਸਭ ਤੋਂ ਖੂਬਸੂਰਤ ਜਗਜੀਤ ਜ਼ੀਰਵੀ ਨੇ ਗਾਇਆ। ਹਾਂਜੀ ਜੀ। ਉਹ ਉਹਨੂੰ ਇੰਟਰੋਡਿਊਸ ਕੀਤਾ ਕਿਉਂਕਿ ਸੁਰਿੰਦਰ ਜੀ ਨਾਲ ਤਾਂ ਸਾਰੀ ਜ਼ਿੰਦਗੀ ਮਸਤਾਨਾ ਜੀ ਆਉਂਦੇ ਰਹੇ, ਮਸਤਾਨਾ ਜੀ ਹੁੰਦੇ ਸੀ, ਉਹਨਾਂ ਸਾਰੀ ਉਮਰ ਇਕੱਠੇ ਰਹੇ। ਪਰ ਮੈਂ ਉਹਨੂੰ ਲੈ ਕੇ ਆਇਆ ਜ਼ੀਰਵੀ ਨੂੰ। ਉਹ ਫਿਰ ਇੱਕ ਦੋਰੀ ਆਏ ਤੇ ਅਨਫੋਰਚੂਨਟਲੀ ਉਹਨਾਂ ਨੇ ਆਪਣਾ ਟਰੈਕ ਬਦਲ ਲਿਆ ਤੇ ਮੈਂ ਪਿੱਛੇ ਹਟ ਗਿਆ ਜੀ। ਇਹ ਦੁੱਖ ਨਾ ਕਹਿਣਾ ਪੈਂਦਾ। ਤੇ ਨਵੀਂ ਪੀੜ੍ਹੀ ਦੇ ਵਿੱਚੋਂ ਕਿਹੜੇ ਕਿਹੜੇ ਗਾਇਕ ਸੀ ਜਾਂ ਸਿੰਗਰ ਸੀ ਜਾਂ ਕਲਾਕਾਰ ਸੀ? ਕਿਉਂਕਿ ਬਹੁਤ ਰੰਗ ਨੇ। ਇਹ ਨਹੀਂ, ਮੈਂ ਦੇਖੋ ਜਦੋਂ ਤੁਸੀਂ ਨੌਕਰੀ ਕਰਦੇ ਹੋ ਤੁਹਾਡੇ ਕੋਲ ਸਮਾਂ ਸੀਮਤ ਹੁੰਦਾ ਜੀ। ਤੁਸੀਂ ਆਪਣਾ ਘਰ ਵੀ ਚਲਾਉਣਾ, ਦੁਨੀਆਦਾਰੀ ਵੀ ਕਰਨੀ। ਮੈਂ ਟੀਵੀ ਪ੍ਰੋਗਰਾਮ ਵੀ ਕਰਦਾ ਸੀ ਤੇ ਇਹ ਨਹੀਂ ਮੈਂ ਹਰ ਸਾਲ ਜਾ ਕੇ ਮੈਨੂੰ ਫਾਹਾ ਆਵੇ ਮੈਂ ਲੈ ਕੇ ਆਉਣਾ। ਮੈਨੂੰ ਜਦ ਕੋਈ ਮਨ ਪਾਇਆ ਉਹ ਲੈ ਆਉਂਦਾ। ਹੁਣ ਸਰਤਾਜ ਦੀ ਗੱਲ ਹੈ, ਇਹ ਵਿਚਾਰਾ ਉੱਥੇ ਸਟਰਗਲ ਕਰ ਰਿਹਾ ਸੀ ਤੇ ਮੈਨੂੰ ਮੇਰਾ ਦੋਸਤ ਹੈ ਅਸ਼ੋਕ ਬਾਂਸਲ ਮਾਨਸਮਾ ਤੋਂ, ਉਹਨੇ ਕਿਹਾ ਮਾਲ ਸਾਹਿਬ ਆਹ ਬੰਦਾ ਨੇ ਸੁਣ ਲਿਆ। ਮੈਂ ਕਿਹਾ ਠੀਕ ਠਾਕ ਹੈ। ਤੇ ਉਹਦਾ ਜਿਹੜਾ ਰਜਿੰਦਰ ਸਿੰਘ ਨੇ ਫਾਈਨ ਟੋਨ ਵਾਲੇ, ਉਹਨਾਂ ਨੇ ਉਹਦੀ ਰਿਕਾਰਡਿੰਗ ਵੀ ਕੀਤੀ ਸੀ। ਉਹ ਕਹਿੰਦੇ ਮਾਲ ਸਾਹਿਬ ਹੁਣ ਤਾਂ ਸਾਡੇ ਤਾਂ ਕੰਮ ਹੁੰਦਾ ਨਹੀਂ। ਉਹ ਰਜਿੰਦਰ ਸਿੰਘ ਉਹ ਜਿਹਨੇ ਦਿਲਜੀਤ ਦੋਸਾਂਝ ਵਰਗੇ ਆਰਟਿਸਟ ਇੰਟਰੋਡਿਊਸ ਕੀਤੇ। ਮੈਂ ਕਿਹਾ ਠੀਕ ਆ। ਮੈਂ ਉਹਨੂੰ ਕਿਹਾ ਵੀ ਕਾਕਾ ਠੀਕ ਹੈ ਲੈ ਚੱਲਦੇ ਆ, ਤੂੰ ਸਾਜੀ ਕੋਈ ਨਹੀਂ ਲੈ ਕੇ ਜਾਣਾ, ਕੱਲਾ ਹੀ। ਅੱਛਾ। ਜੋ ਮੈਂ ਕਹਿੰਦਾ ਫੋਲੋ ਮੀ ਇਟ ਵਿਲ ਵਰਕ। ਉਹ ਕਹਿੰਦਾ ਠੀਕ ਹੈ ਜੀ। ਉਹ ਆ ਗਿਆ ਜੀ। ਤੇ ਮੈਂ ਇਹਦੀਆਂ ਵੀਡੀਓ ਬਣਾ ਲਿਆ ਸੀ, ਉੱਥੇ ਲਾ ਲੂ ਦਿੱਤੀਆਂ। ਤੇ ਜਦੋਂ ਇੱਥੇ ਏਅਰਪੋਰਟ ਤੇ ਉਤਰਿਆ ਨਾ, ਬੰਦੇ ਉਤਰ ਕੇ ਆਉਂਦੇ ਆ ਜੀ। ਤੇ ਇੱਕ ਬੰਦਾ ਕਹਿੰਦਾ ਮਾਲ ਸਾਹਿਬ ਉਹਦਾ ਬਾਂਵਰੀਆਂ ਦੀਆਂ ਖਿਲਾਰੀ ਮੁੰਡਾ ਗਾਉਂਦਾ ਉਹਦਾ ਪਿੱਛੇ ਆ ਰਿਹਾ। ਅੱਛਾ। ਮਤਲਬ ਹੀ ਕੇਮ ਅਲੋਨ। ਇੱਥੇ ਮੇਰੇ ਦੋਸਤ ਨੇ ਸੱਜਣ ਦੇ ਬੜੇ ਵਧੀਆ A ਕਲਾਸ ਨੇ ਜੀ। ਉਹਨਾਂ ਨਾਲ ਤੁਸੀਂ ਇੱਕ ਵਾਰੀ ਕਰ ਲਓ, 10 ਵਾਰੀ ਪ੍ਰੈਕਟਿਸ ਕਰ ਲਓ, ਜਾਂ 2-3 ਸ਼ੋਅ ਕਰ ਦਿੰਦੇ ਇੱਕ ਦੂਜੇ ਨੂੰ ਭੇਤ ਪਾ ਲੈਂਦੇ ਜੀ। ਤੋ ਇੱਥੇ ਤੇ ਸਾਜੀਆਂ ਦੀ ਇੱਕ ਖੂਬਸੂਰਤ ਗੱਲ ਹੈ। ਮੇਰੇ ਨਾਲ ਬਹੁਤ ਪ੍ਰੇਮ, ਚਾਹੇ ਰਣਜੀਤ ਸਿੰਘ ਲਾਲ ਹੈ, ਚਾਹੇ ਉਹ ਨਦੀਮ ਸ਼ਾਹ ਜਾਂ ਨਦੀਮ ਅਲੀ ਜਾਂ ਰਾਜਨ, ਇਹ ਮੇਰੇ ਫੇਵਰੇਟ ਚ 3-4 ਨਾਮ ਮੈਂ ਲਏ ਜੀ। ਮੈਂ ਹੁਣ ਵੀ ਅੱਧੀ ਰਾਤ ਨੂੰ ਫੋਨ ਕਰਦਾ, ਮੇਰੇ ਸਰਾਣੇ ਆ ਖਲੋਂਦੇ ਨੇ। ਉਹਨਾਂ ਦੀ ਮੁਹੱਬਤ ਹੈ, ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ। ਜਿਹੜਾ ਲੈਣ ਦੇਣ ਹੈ ਉਹ ਵੀ ਨਾਲ ਦੀ ਨਾਲ ਮੈਂ ਮੁਕਾ ਦਿੰਦਾ। ਇਹ ਨਹੀਂ ਪਰਸੋਂ ਨੂੰ ਪੈਸੇ ਲੈ ਜਿਓ ਨਾ। ਉਹ ਆਏ ਨੇ, ਅਗਲੇ ਪ੍ਰੋਗਰਾਮ ਮੁੱਕਿਆ। ਜੇ ਅਸੀਂ ਟੋਰਾਂਟੋ ਤੋਂ ਬਾਹਰ ਕਰਦੇ ਸੀ ਤਾਂ ਏਅਰਪੋਰਟ ਤੋਂ ਸਿੱਧੇ ਉਹਨਾਂ ਨੇ ਆਪਣੇ ਘਰ ਚੱਲ ਜਾਣਾ। ਮੇਰੀ ਤਾਂ ਸਿਰਫ ਇੱਕ ਬੰਦੇ ਦੀ ਸਿਰਦਰਦੀ ਸੀ ਜੀ। ਮੈਂ 6 ਸ਼ੋਅ ਪਲਾਨ ਕੀਤੇ ਸੀ ਔਰ ਮੈਂ ਲੋਕਾਂ ਨੂੰ ਵੇਚ ਰਿਹਾ ਸੀ, ਲੈ ਲਓ। ਮੇਰੇ ਸ਼ੋਅ ਨਹੀਂ ਸੀ ਲਏ। ਵੈਨਕੂਵਰ 'ਚ ਮੈਂ 5000 ਨੂੰ ਸ਼ੋਅ ਵੇਚਦਾ ਸੀ। ਅੱਛਾ। ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ, ਨਹੀਂ ਮਾਲ ਸਾਹਿਬ ਅਸੀਂ ਨਹੀਂ ਕਰਨਾ, ਤੁਸੀਂ ਆਪੇ ਕਰ ਲਓ। ਮੈਂ ਆਪੇ ਕੀਤਾ। I made 15। ਵਾਹ ਵਾਹ। ਫਿਰ ਸਾਰਿਆਂ ਨੂੰ ਜਿੱਦਾਂ ਨਹੀਂ ਅੰਦਰੋਂ ਹਾਏ ਅਸੀਂ ਕਰ ਲੈਂਦੇ। ਮੈਂ ਵੈਨਕੂਵਰ ਦੇ ਆਸ-ਪਾਸ ਐਬਸਫੋਰਡ ਵੀ 2 ਕੀਤੇ ਜੀ। ਵੈਨਕੂਵਰ ਵੀ ਕੈਨ ਯੂ ਇਮੈਜਿਨ ਕਿ ਵੀਰਵਾਰ ਨੂੰ ਵੀ ਸ਼ੋਅ ਵੈਨਕੂਵਰ ਕੀਤਾ। ਔਰ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਉਹ ਸ਼ੋਅਜ਼ ਦੇ ਵਿੱਚ ਜਿੰਨੇ ਸ਼ੋਅ ਤੁਸੀਂ ਕਰਵਾਏ ਸਰਤਾਜ ਹੋਣਾ ਦੇ, ਉਹ ਸਾਰੇ ਦੇ ਸਾਰੇ ਸੋਲਡ ਆਊਟ। ਉਹਨਾਂ ਅਸੀਂ 6 ਸ਼ੋਅ ਕਰਨੇ ਸੀ, ਅਸੀਂ 18 ਸ਼ੋਅ ਕੀਤੇ ਜੀ। ਇੱਕ ਸ਼ੋਅ ਜਿਹੜਾ ਹੈਲੀਫੈਕਸ ਕੀਤਾ, ਉੱਥੇ ਉੱਦਾਂ ਹੀ ਜਨਸੰਖਿਆ ਥੋੜੀ ਹੈ, ਉਹ 250-300 ਬੰਦਾ, ਉਹ ਵੀ ਮਤਲਬ ਉਹ ਸਾਰੇ ਇਕੱਠੇ ਹੋ ਜਾਂਦੇ ਜੀ। ਉੱਥੇ ਆਪਣੀ ਕਮਿਊਨਿਟੀ ਬਹੁਤ ਛੋਟੀ ਹੈ। ਉੱਥੇ ਪੂਰਾ ਸੋਲਡ ਆਊਟ ਨਹੀਂ ਸੀ ਕਿਉਂਕਿ 500-600 ਦਾ ਹਾਲ ਸੀ, ਉਹਦੇ 'ਚ 150 ਸੀਟਾਂ ਖਾਲੀ ਸੀ। ਪਰ ਅਦਰ ਦੈਨ ਦੈਟ ਦੇਖੋ ਅਸੀਂ ਸ਼ੋਅ ਕੀਤਾ ਐਡਮਿੰਟਨ ਜੀ ਸੈਟਰਡੇ ਨੂੰ। ਸਾਡਾ ਅਗਲੇ ਦਿਨ ਸ਼ੋਅ ਸੀ ਕੈਲਗਰੀ। ਅਸੀਂ ਕੈਲਗਰੀ ਸ਼ੋਅ ਕਰਨੇ, ਬੰਦੇ ਮਗਰੀ ਆ ਕੇ ਕਹਿੰਦੇ ਮਾਲ ਸਾਹਿਬ ਸਾਡਾ ਸੋਮਵਾਰ ਨੂੰ ਸ਼ੋਅ ਫੇਰ ਕਰ ਜਾਓ। ਕੀ ਬਾਤ। ਅਸੀਂ ਉੱਥੇ ਆਏ,
ਕੈਲਗਰੀ ਵਾਲੇ ਕਹਿੰਦੇ ਜੀ ਮੰਗਲਵਾਰ ਨੂੰ ਫੇਰ ਸਾਡਾ ਕਰ ਜਾਓ। ਕਦੀ ਮੰਗਲਵਾਰ ਨੂੰ ਸ਼ੋਅ ਹੋਇਆ, ਲੌਂਗ ਵੀਕਐਂਡ ਹੋਵੇ, ਸੋਮਵਾਰ ਯੈਸ। ਇਹ ਵੀ ਇਤਿਹਾਸ ਹੀ ਰਚਿਆ ਇੱਕ ਕਿਸਮ ਉਹ ਦਾ। ਜੀ ਬਸ ਕੁਦਰਤ ਦੀ ਮਿਹਰਬਾਨੀ ਜੀ ਹਾਂਜੀ। ਤੇ ਉਹ ਇਟ ਵੈਂਟ ਵੈਰੀ ਵੈਲ, ਬੱਚਾ ਬੜਾ ਖੁਸ਼ ਹੋ ਗਿਆ। ਥੋੜਾ ਜਿਹਾ ਹੁਣ ਆਪਾਂ ਜਦੋਂ ਰੋਸ ਦੀ ਗੱਲ ਕਰਦੇ ਆ ਜਾਂ ਤੁਹਾਡਾ ਗਿਲਾ ਸ਼ਿਕਵਾ ਜਿਹੜਾ ਉਹਦੇ ਵੱਲ ਝਾਤ ਨੂੰ ਪਾਈਏ, ਕਿਉਂਕਿ ਦਰਅਸਲ ਚੱਕਰ ਇਹ ਆ, ਜਿੰਨੇ ਵੀ ਅਸੀਂ ਇਨਸਾਨ ਸਮਝੇ ਕਿ ਨਹੀਂ, ਉਹ ਲੋਕਾਂ ਦੀ ਗੱਲਾਂ ਸੁਣਨ 'ਚ ਕਈ ਵਾਰੀ ਆ ਜਾਂਦੇ ਆ ਜੀ। ਸ਼ਾਇਦ ਉਹ ਬੱਚੇ ਨੂੰ ਵੀ ਹੋਇਆ ਹੋਵੇ, ਮੇਰੇ ਤੋਂ ਤਾਂ ਬਹੁਤ ਤਬਕਦਾ। ਜਿਹੜੇ ਨਾਲ ਦੇ ਹੁੰਦੇ, ਹਾਏ ਤੂੰ ਕੰਟਰੈਕਟ ਵੀ ਕਰ ਲਿਆ, ਤੈਨੂੰ ਕੀ ਲੋੜ ਸੀ। ਅੱਛਾ ਸੱਚੀ। ਸੋ ਇਟ ਵਾਸ, ਮੈਂ ਉਹ ਜੋ ਕੁਛ ਸਾਡਾ ਸੈਟਅਪ ਸੀ ਉਹ ਮੈਂ ਲਿਖ ਕੇ ਰੱਖਿਆ। 7 ਸਾਲ ਤਾਈਂ ਉਹਨੂੰ ਕਿਹਾ ਜਦੋਂ ਮਰਜ਼ੀ ਕਿਤਾਬ ਖੋਲ ਕੇ ਵੇਖ ਲੈ ਜੀ, ਕਿੱਥੇ ਖਰਚੇ ਨੇ, ਕਿੰਨੇ ਬਚੇ ਨੇ, ਜੋ ਵੰਡ ਵੰਡਈ ਆ। ਤੇ ਜਦੋਂ ਤੀਜਾ ਕੁ ਸਾਲ ਸੀ ਤੇ ਅਮਰੀਕਾ ਆਉਣਾ ਸੀ ਤਾਂ ਉਹਦਾ ਫੋਨ ਆਇਆ ਕਿ ਮੈਨੂੰ ਨਹੀਂ ਆਇਆ, ਜਿੱਥੇ ਮੈਂ ਅਮਰੀਕਾ ਸ਼ੋਅ ਵਿੱਚ ਉਹਨਾਂ ਨੂੰ ਆਇਆ ਕਿ ਜੀ ਪਹਿਲਾਂ ਮੈਨੂੰ $1.5 ਲੱਖ ਤੁਸੀਂ ਪਹਿਲਾਂ ਐਡਵਾਂਸ ਭੇਜੋ, ਫਿਰ ਮੈਂ ਜਹਾਜ਼ ਚੜਾਂਗਾ। ਅੱਛਾ। ਉਹ ਬੰਦੇ ਦਾ ਮੈਨੂੰ ਫੋਨ ਆ ਗਿਆ, ਮਾਲ ਸਾਹਿਬ ਉਹ ਤੁਹਾਡਾ ਬੰਦਾ ਨਹੀਂ ਚੜਦਾ ਜਹਾਜ਼। ਮੈਂ ਕਿਹਾ ਕਿ ਇਹ ਕਿੱਦਾਂ ਹੋ ਸਕਦਾ। ਮੇਰੀ ਵਾਈਫ ਨੇ ਉਹਨੂੰ ਫੋਨ ਕੀਤਾ, ਇਹਦੇ ਨਾਲ ਵੀ ਕਾਕਾ ਤੇਰੇ ਅੱਗੇ ਪੈਸੇ ਕਿਸੇ ਨੇ ਰੱਖੇ ਆ, ਤੈਨੂੰ ਮਿਲ ਜਾਣਗੇ ਜੀ। ਕਹਿੰਦਾ ਮੈਨੂੰ ਲੋੜ ਸੀਗੀ, ਮਤਲਬ ਬਲੈਕਮੇਲ ਕਰ ਰਿਹਾ ਸੀ। ਹੁਣ 3 ਦਿਨ ਰਹਿ ਗਏ ਪ੍ਰੋਗਰਾਮ 'ਚ। ਮੇਰੇ ਮਨ ਨੇ ਸੋਚਿਆ ਵੀ ਲੋਕਾਂ ਨੇ ਆਪਣੇ ਰੈਂਟ, ਜਿਹੜੇ ਹਾਲ ਨੇ ਰੈਂਟ ਕੀਤੇ ਹੋ ਆ, ਪੈਸੇ ਦਿੱਤੇ ਉਹਨੇ, ਟਿਕਟਾਂ ਵੇਚੀਆਂ ਨੇ, ਉਹਨਾਂ ਵਿਚਾਰਿਆਂ ਦਾ ਕੀ ਹਾਲ ਹੋਵੇ। ਸੀਤਲ ਪਨੇਸਰ ਜਿਹੜੇ ਮੇਰੇ ਦੋਸਤ ਵੀ ਨੇ, ਉਹ ਅਮਰੀਕਾ ਸ਼ੋਅ ਕਰਾ ਰਹੇ ਸੀ। ਉਹਦਾ ਮੈਨੂੰ ਫਾਇਆ, ਭਾਜੀ ਫਿਕਰ ਨਾ ਕਰੋ, ਮੈਂ ਪੈਸੇ ਦੇ ਦਿੰਦਾ, ਮੈਂ ਤੁਹਾਨੂੰ ਬਾਅਦ 'ਚ ਵੀ ਦੇਣੇ, ਹੁਣੇ ਦੇ ਦਿੰਦਾ ਜੀ। ਉਸ ਬੱਚੇ ਨੇ ਉਹਨਾਂ ਨੂੰ ਜੋ ਵੀ ਕਹਿੰਦੇ ਸੀ ਉਹ ਦੇ ਦਿੱਤੇ ਤੇ ਮੇਰੇ ਦਿਲੋਂ ਉਹਦਾ ਸਤਿਕਾਰ ਇੰਨਾ ਰਹਿ ਗਿਆ। ਹਾਂਜੀ। ਫਿਰ 1 ਸਾਲ ਹੋਰ ਸੀ, ਉਹ ਕੰਟਰੈਕਟਾਂ ਪੂਰਾ ਹੋ ਗਿਆ, ਉਹਨੂੰ ਗਿਣ ਕੇ ਦੇ ਦਿੱਤੇ। ਫਿਰ ਉਹ ਤਵੱਕੋ ਕਰਦਾ ਸੀ ਮੈਂ ਖੁੱਲੇ ਵੰਡਾਂਗਾ। ਫਿਰ ਅਖੀਰਲਾ ਸਾਲ ਸੀ, ਜੋ ਬਣਦਾ ਸੀ ਨਾ ਲੀਕ ਨਾ, ਮੈਂ ਉਹਨੂੰ ਉਹੀ ਦਿੱਤਾ। ਅੱਗੇ ਮੈਨੂੰ 30-40 ਹਜ਼ਾਰ ਵਾਧੂ ਦੇ ਦਿੰਦਾ ਸੀ ਵੀ ਚੱਲ ਕੋਈ ਨਹੀਂ ਨਿਆਣਾ ਜੀ। ਤੇ ਉਹ ਮੇਰੇ ਅੰਦਰ ਇੱਕ ਨਫ਼ਰਤ ਜੀ ਪੈਦਾ ਹੋ ਗਈ। ਪਰ ਜਦੋਂ ਤੁਸੀਂ ਇੱਕ ਵਾਰ ਤੁਸੀਂ ਪੰਜਾਬ ਗਏ ਆ ਜਾਂ ਤੁਸੀਂ ਇੱਕ ਵਾਰ ਉਹਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ, ਸਰਤਾਜ ਹੋਣਾ ਦੀ ਗੱਲ ਕਰ ਰਹੇ ਹਾਂ, ਸਰਤਾਜ ਹੋਣਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਘਰ ਵੀ ਤੁਸੀਂ ਗਏ ਆ ਤੇ ਆਨੇ ਬਹਾਨੇ ਮਾਰ ਕੇ ਕਿਸੇ ਨੇ ਮੈਂ ਗਿਆ ਕੋਈ 10 ਵਜੇ ਦਿਨ ਦੇ ਜੀ। ਮੈਂ ਦੁਰਾਹੇ ਤੋਂ ਮੇਰਾ ਹੈੱਡ ਆਫਿਸ ਹੁੰਦਾ, ਉੱਥੋਂ ਗਿਆ ਤੇ ਮੈਨੂੰ ਉਹਦੇ ਪਿਤਾ ਜੀ ਬਾਹਰੇ ਗੁਰਸਿੱਖੀ 'ਚ ਜ਼ਿਆਦਾ ਮੁਗੜੋਚ ਨੇ। ਪਾਓ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਹੋਈ। ਤੇ ਮੈਂ ਕਿਹਾ ਸਰਤਾਜ ਜੀ, ਕਹਿੰਦੇ ਜੀ ਸੁੱਤਾ ਪਿਆ। ਹੁਣ ਦਿਨ ਦੇ 10 ਵਜੇ, ਉਹ ਕਿਹੜਾ ਸੁੱਤਾ ਪਿਆ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਮਹਿਸੂਸ ਕੀਤਾ ਕਿ ਸ਼ਾਇਦ ਮੈਂ ਦੱਸ ਕੇ ਨਹੀਂ ਆਇਆ, ਗਲਤੀ ਮੇਰੀ ਜੀ। ਮੈਂ ਕਿਹਾ ਜੀ ਉਹਨੂੰ ਦੱਸ ਦਿਓ, ਕੱਲ ਨੂੰ ਮੈਂ 10 ਤੇ 11 ਵਜੇ ਦੇ ਵਿਚਕਾਰ ਇੱਥੇ ਆਵਾਂਗਾ, ਉਹਨੂੰ ਮਿਲ ਜਾਵਾਂ ਜੀ। ਉਹ ਕਹਿੰਦਾ 7 ਵਜੇ ਜੀ। ਅਸੀਂ ਚਲੇ ਗਏ। ਜਦੋਂ ਸਵੇਰੇ ਅਸੀਂ ਉੱਠੇ, ਮਾੜਾ ਮਾੜੀ ਚਾਹ ਪੀਤੀ ਸੀ, ਉਹ ਨਾਸ਼ਤਾ ਕਰਨ ਨੂੰ ਕਹਿਣਾ। ਮੈਂ ਕਿਹਾ ਕਿਤੇ ਹੋਰ ਵੀ ਖਾਣਾ ਪੈਣਾ ਜੀ, ਵੀ ਕਾਕਾ ਰਹਿਣ ਦੇ, ਡਰਾਈਵਰ ਜਿਹੜਾ ਮੇਰਾ ਟੈਕਸੀ ਦਾ। ਤਾਂ ਅਸੀਂ ਉਹੀ 10 ਸਾਢੇ 10 ਪਹੁੰਚ ਗਏ ਜੀ। ਫਿਰ ਉਹਦੇ ਬਾਪੂ ਜੀ ਬਾਹਰ ਆਏ, ਫਿਰ ਜੀ ਫਤਿਹ ਗਜਾਈ ਇੱਕ ਦੂਜੇ ਨੂੰ ਜੀ। ਉਹ ਜੀ ਸੁੱਤਾ ਪਿਆ ਤੇ ਮੈਂ ਕਿਹਾ ਜੀ ਕਦੋਂ ਉੱਠਣਾ, ਇਹ ਸਾਨੂੰ ਪਤਾ ਨਹੀਂ। ਅੱਛਾ। ਮੈਂ ਐਡੀ ਸਰ ਗੁੱਸਾ ਆਇਆ, ਮੈਂ ਵੜ ਭਾਂਡੇ 'ਚ ਸੌਰੀ ਵੈਰੀ ਰੂਡ। ਤੇ ਮੈਂ ਉਹਦੇ ਨਾਲੇ ਹਰਭਜਨ ਮਾਨ ਦਾ ਘਰ ਹੈ, ਉਹ ਹੋਵੇ ਨਾ ਹੋਵੇ, ਉਸ ਘਰ ਦੇ ਦਰਵਾਜ਼ੇ ਮੇਰੇ ਲਈ 24 ਘੰਟੇ 12 ਮਹੀਨੇ ਖੁੱਲ੍ਹੇ। ਮੈਂ ਵਾਕ ਇਨ ਕੀਤਾ ਤੇ ਉਹਦਾ ਨੌਕਰ ਸੀ ਅਨਿਲ। ਮੈਂ ਕਿਹਾ ਬੇਟੇ ਮੈਨੂੰ ਨਾ ਇੱਦਾਂ ਆਂਡਾ ਬਣਾ ਦੇ ਤੇ ਨਾਲ ਇੱਕ ਦੁੱਧ ਦਾ ਕੱਪ ਗਰਮ ਕਰਕੇ ਬੈਠੋ ਅੰਕਲ ਜੀ ਬਹਿ ਜਾਓ। ਮੈਂ ਉੱਥੇ ਬੈਠਾ, ਉਹ ਦਿਨ ਗਿਆ। ਦੈਟਸ ਇਟ। ਮੈਂ ਕਿਸੇ ਤੇ ਕੀ ਲੈਣਾ, ਸਾਡਾ ਲਿਖਾ ਜੋਖਾ ਤਾਂ ਮੁੱਕ ਚੁੱਕਾ ਜੀ। ਸੋ ਮਾਹਲ ਸਾਹਿਬ, ਇੱਕ ਬ੍ਰੇਕ ਦਾ ਸਮਾਂ ਲਓ ਜੀ। ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਵੀ ਬਥੇਰੇ ਜਿਹੜੇ ਕਲਾਕਾਰ ਆ ਉਹਨਾਂ ਦੇ ਉੱਪਰ ਜਿਹੜੀ ਚਰਚਾ ਕਰਨੀ ਹੈ। ਸੋ ਦਰਸ਼ਕੋ, ਇਹ ਤਾਂ ਹੁਣ ਜਿਹੜੀ ਗੱਲ ਸੁਣੀ ਆ, ਸਰਤਾਜ ਹੋਣਾ ਦੀ ਗੱਲ ਸੁਣੀ ਆ। ਸਰਤਾਜ ਹੋਣਾ ਨੂੰ ਧਰੁਵ ਤਾਰਾ ਬਣਾਉਣ ਵਾਲੇ ਜਿਹੜੇ ਅੱਜ ਸਾਡੇ ਸਟੂਡੀਓ ਦੇ ਵਿੱਚ ਇਕਬਾਲ ਮਾਹਲ ਪਹੁੰਚੇ ਨੇ, ਔਰ ਨਾਲ ਦੀ ਨਾਲ ਅੱਗੇ ਗੱਲ ਕਰਾਂਗੇ ਆਪਾਂ ਨੂਰਾਂ ਸਿਸਟਰਸ ਦੀ, ਹੋਰ ਹਰਭਜਨ ਮਾਨ ਹੋਰਾਂ ਦੀ ਗੱਲ ਕਰ ਚੁੱਕੇ ਹਾਂ। ਹੋਰ ਅੱਗੇ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਗਾਇਕ ਕਲਾਕਾਰ ਹੈ ਜਿਨ੍ਹਾਂ ਨੂੰ ਇਕਬਾਲ ਮਾਹਲ ਹੋਰਾਂ ਨੇ ਤਰਾਸ਼ਿਆ ਔਰ ਬੁਲੰਦੀਆਂ 'ਤੇ ਪਹੁੰਚਾਇਆ। ਔਰ ਇਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਉਹ ਜਾਇਜ਼ ਹੈ ਕਿ ਨਜਾਇਜ਼ ਹੈ। ਤੁਸੀਂ ਵੀ ਆਪਣੀ ਫੀਡਬੈਕ ਦੇ ਸਕਦੇ ਹੋ ਔਰ ਨੰਬਰ 905 790 9099 ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ, ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ।
ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। इंडियन कज़ीन दा स्वाद हुण कैनेडा च। जी हाँ, इंडियन कज़ीन दा स्वाद मिलेगा विनिपेग मैनीटोबा दे सिर्फ ते सिर्फ क्ले ओवन ईस्ट इंडियन रेस्टोरेंट दे विच। वो भी किसी एक जगह नहीं बल्कि क्ले ओवन ईस्ट इंडियन रेस्टोरेंट सर्व्स यू ऑन 3 locations। For memorable food and exceptional value, you can contact us at, you can also mail us at। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। For the beautiful you, जाओ Renu Hair Salon and Spa। जिथे मिलेगा तुहानू लेजर हेयर रिमूवल एंड IPL फोटो फेशियल, जिस दे नाल रिमूव हो सकते ने परमानेंट स्किन टैग्स एंड पिगमेंटेशन। For more information, contact 204-233-3146। ब्रेक तो बाद फिर तो ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਜੋ ਪੇਸ਼ ਅਸੀਂ ਕਰ ਰਹੇ ਹਾਂ ਉਸ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਹਾਂ ਔਰ ਸਮਾਂ ਇਸ ਦਾ ਹੁੰਦਾ 7 ਤੋਂ 8। ਔਰ ਕਿਸੇ ਵੀ ਕਿਸਮ ਦਾ ਸਵਾਲ ਸੁਝਾਅ ਜਾਂ ਕਿਸੇ ਕਿਸਮ ਦੀ ਤੁਹਾਡੇ ਕੋਲੇ ਕੋਈ ਜਾਣਕਾਰੀ ਹੈ ਜਾਂ ਤੁਸੀਂ ਕੋਈ ਇਜ਼ਾਫਾ ਕਰਨਾ ਚਾਹੁੰਦੇ ਆ, ਸਾਡੇ ਨਾਲ ਕੋਈ ਗੱਲ ਸਾਂਝੀ ਕਰਨੀ ਚਾਹੁੰਦੇ ਆ ਤਾਂ 905 790 9099 ਸਟੂਡੀਓ ਦਾ ਨੰਬਰ ਹੈ। ਤੁਸੀਂ ਜਦੋਂ ਪ੍ਰੋਗਰਾਮ ਦੇ ਦੌਰਾਨ ਕਾਲ ਕਰ ਸਕਦੇ ਹੋ, ਪ੍ਰੋਗਰਾਮ ਤੋਂ ਬਾਅਦ ਵੀ ਇਸੇ ਨੰਬਰ 'ਤੇ ਕਾਲ ਕਰਕੇ ਕੋਈ ਫੀਡਬੈਕ ਜਾਂ ਕਿਸੇ ਕਿਸਮ ਦਾ ਸੁਝਾਅ ਦੇਣਾ ਚਾਹੁੰਦੇ ਆ ਤਾਂ ਤੁਸੀਂ ਦੇ ਸਕਦੇ ਹੋ। ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਕਲਾਕਾਰਾਂ ਦੀ, ਜਿਨ੍ਹਾਂ ਕਲਾਕਾਰਾਂ ਨੂੰ, ਜਿਨ੍ਹਾਂ ਗਾਇਕਾਂ ਨੂੰ ਧਰੂ ਤਾਰੇ ਦੀ ਗੱਲ ਕਹਾਂ ਜਾਂ ਮੈਂ ਕਹਾਂ ਧਰੂ ਤਾਰੇ ਦੇ ਨਾਲ ਤੁਲਨਾ ਕਰਾਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਔਰ ਇਸ ਜੋ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਜੌਹਰੀ ਆਇਆ, ਉਹਨੇ ਤਰਾਸ਼ ਕੇ ਜਿਹੜੇ ਹੀਰੇ ਪੇਸ਼ ਕੀਤੇ ਆ ਔਰ ਉਹਨਾਂ ਦੀ ਖਿਦਮਤ ਕੀਤੀ ਆ, ਉਹਨਾਂ ਦੇ ਨਾਲ ਗਿਲਾ ਸ਼ਿਕਵਾ। ਪਹਿਲਾਂ ਗੱਲ ਕੀਤੀ ਸਰਤਾਜ ਹੋਣਾ ਦੀ, ਹੁਣ ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗੁਰਦਾਸ ਮਾਨ, ਨੂਰਾ ਸਿਸਟਰ, ਜਗਜੀਤ ਸਿੰਘ ਔਰ ਇਸ ਤਰ੍ਹਾਂ ਦੇ ਹੋਰ ਬਹੁਤ ਕਲਾਕਾਰ ਨੇ। ਸਮਾਂ ਥੋੜ੍ਹਾ ਪਰ ਅਸੀਂ ਆਓ ਜਾਣਦੇ ਹਾਂ ਇਹਨਾਂ ਤੋਂ ਕੀ ਗਿਲੇ ਸ਼ਿਕਵੇ ਨੇ ਉਹਨਾਂ ਦੇ ਨਾਲ। ਆਓ ਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ। ਮਿਹਰਬਾਨੀ ਜੀ। ਦਰਅਸਲ ਰਾਜੇ, ਜਿਹੜਾ ਪ੍ਰਮੋਟਰ ਆ ਉਹ ਗਾਉਣ ਵਾਲੇ ਨੂੰ ਗਾਉਣਾ ਨਹੀਂ ਸਿਖਾਉਂਦਾ, ਉਹਦੀ ਕਲਾ ਦੇਖ ਕੇ ਉਹਨੂੰ ਐਡੀ ਕੈਨਵਸ ਦਿੰਦਾ ਕਿ ਉਹ ਖੁੱਲ੍ਹ ਕੇ ਆਪਣੇ ਆਪ ਦਾ ਇਜ਼ਹਾਰ ਕਰ ਸਕੇ। ਜੀ। ਹੁਣ ਮਸਲਾ ਮੈਂ ਜਗਜੀਤ ਸਿੰਘ, ਚਿਤਰਾ ਸਿੰਘ ਦੀ ਪਹਿਲੀ ਗੱਲ, ਕਿਉਂਕਿ ਮੇਰਾ ਸਫ਼ਰ ਉਹਨਾਂ ਤੋਂ ਸ਼ੁਰੂ ਹੋਇਆ ਜੀ। ਉਹ 13 ਵਰਿਆਂ ਤੋਂ ਸਟਰਗਲ ਕਰ ਰਿਹਾ ਸੀ ਬੰਬੇ 'ਚ।
ਤੇ ਮੈਂ ਜਦੋਂ ਬੰਬੇ ਉਹਨਾਂ ਨੂੰ ਮਿਲਣ ਗਿਆ ਤਾਂ ਉਹ ਤੋਂ ਅਗਲੀ ਰਾਤ ਉਹਨਾਂ ਨੇ ਰੀਨਾ ਐਕਟਰਸ ਹੁੰਦੀ ਸੀ ਆਪਣੇ ਵੇਲੇ, ਹਾਂਜੀ, ਇਹ 1978 ਦੀ ਗੱਲ ਹੈ, ਜਨਵਰੀ ਫਰਵਰੀ ਦੀ ਜੀ। ਤੇ ਉੱਥੇ ਉਹਨਾਂ ਦੇ ਘਰ ਗਏ ਤਾਂ ਉਹ ਗਾ ਰਿਹਾ ਖੂੰਜੇ 'ਚ ਬੈਠਾ, ਨਾਲ ਇੱਕ ਵਾਜੇ ਵਾਲਾ ਆਪਣਾ ਤਬਲੇ ਵਾਲਾ ਤੇ ਇੱਕ ਵਾਇਲਨ ਵਾਲਾ। ਅੱਛਾ। ਲੋਕੀ ਦਾਰੂ ਪੀ ਰਿਹਾ, ਕੋਈ ਸੁਣ ਰਿਹਾ, ਕੋਈ ਨਹੀਂ ਸੁਣ ਰਿਹਾ। ਮੈਨੂੰ ਚੰਗਾ ਲੱਗਾ। ਅੱਛਾ। ਤੇ ਹੁਣ ਮੈਨੂੰ ਇਹ ਵੀ ਯਾਦ ਆ ਕਿ 10,000 ਰੁਪਏ ਉਹ ਬੀਬੀ ਨੇ ਇਹਨਾਂ ਨੂੰ ਦਿੱਤਾ, ਬਾਕੀ ਉਹਨਾਂ ਨੂੰ ਇਨਾਮ ਨੂਮ ਛੱਡ ਗਏ। ਸਮਝ ਗਏ ਕਿ ਨਹੀਂ, ਮਾਰਕੀਟ ਕੁਛ ਵੀ ਨਹੀਂ ਸੀ ਜੀ। ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਇਕੱਲੇ ਆ ਜਾਓ ਭਾਜੀ, ਵੀ ਉੱਥੇ ਤਬਲੇ ਵਾਲਾ ਹੈਗਾ ਸਾਡੇ ਕੋਲ। ਪਰ ਜਦੋਂ ਉਹਨੂੰ ਉੱਥੇ ਮੈਂ ਗਾਉਂਦਾ ਦੇਖਿਆ ਤੇ ਮੈਨੂੰ ਲੱਗਾ ਕਿ ਟੋਰਾਂਟੋ ਦਾ ਤਬਲੀਆ ਇਹ ਠੀਕ ਨਹੀਂ ਰਹੇਗਾ। ਤੇ ਫਿਰ ਮੈंने ਕਿਹਾ ਜੀ ਤਬਲੇ ਵਾਲਾ ਜ਼ਰੂਰ ਲੈ ਆਇਆ। ਅੱਛਾ। ਹੈ ਨਹੀਂ ਹੋ ਜਦ ਉਹ ਇੱਥੇ ਆਏ, ਹੁਣ ਇੱਕ ਤਾਂ ਨਾਂ ਸਿੰਘ ਲੱਗਾ ਹੈ, ਤੇ ਉਹ ਯੁੱਗ ਸੀ ਜਦੋਂ ਮਹਿਦੀ ਹਸਨ ਸਾਹਿਬ ਸੂਰਜ ਵਾਂਗੂ ਛਾਏ ਹੋਏ ਸੀ ਧਰਤੀ ਦੇ ਉੱਤੇ, ਜਦੋਂ ਐਜ਼ ਐਨ ਆਰਟਿਸਟ। ਜੀ। ਜਗਜੀਤ ਸਿੰਘ ਨੂੰ ਕੌਣ ਸੁਣੂਗਾ? ਕਈਆਂ ਨੂੰ ਭੁਲੇਖਾ ਸੀ ਕਿ ਜਗਜੀਤ ਸਿੰਘ ਜ਼ੀਰਵੀ ਆ ਤੇ ਚਿਤਰਾ ਸਿੰਘ ਨਹੀਂ, ਚਤਰ ਸਿੰਘ ਉਹਦਾ ਭਰਾ ਹੈ। ਅੱਛਾ। ਜਦ ਤੱਕ ਉਹਨਾਂ ਦਿਨ 'ਚ ਟੈਲੀਵਿਜ਼ਨ ਵੀ 78 ਚ ਇੰਨਾ ਟੈਲੀਵਿਜ਼ਨ ਨਹੀਂ ਸੀ। ਹਾਂਜੀ। ਚੰਦਰ ਸ਼ੇਖਰ ਉਹਨਾਂ ਦੇ ਸ਼ੋਅ ਤੇ ਹੋਏ ਜੀ। ਉਹ ਵੀ ਉਹਨਾਂ ਨੇ ਜੋ ਵੀ ਹੈ। ਮੈਂ ਸ਼ੋਅ ਕੀਤਾ ਇੱਥੇ, ਡੌਨ ਬਾਸਕੋ ਸਕੂਲ ਹੈ, ਅੱਛਾ, ਐਜ਼ਲਿੰਗਟਨ ਤੇ 401 ਦੇ ਕੋਲ ਜੀ। ਉੱਥੇ 720 ਸੀਟਾਂ ਨੇ, 400 ਬੰਦਾ ਆਇਆ ਸੀ। ਅੱਛਾ। $8 ਟਿਕਟ ਸੀ। ਅੱਛਾ ਜੀ। ਨਹੀਂ, ਉਹਦੀ ਵਾਕ ਵੀ ਸੀ। ਜਗਜੀਤ ਸਿੰਘ 2-2.5 ਮਹੀਨੇ ਇੱਥੇ ਮੇਰੇ ਕੋਲ ਰਹੇ। ਅੱਛਾ। ਜਦੋਂ ਮੈਂ ਤੁਹਾਨੂੰ ਜਾਣਦਾ, ਮੈਂ ਕਿਹਾ ਯਾਰ ਬੰਦਾ ਬੜਾ ਸੁਰੀਲਾ, ਇੱਕ ਆਪਣੇ ਪ੍ਰੋਗਰਾਮ ਕਰਾ ਲਓ। ਕੋਈ ਨਾ ਭਾਈ ਦੱਸੋ ਕਿੰਨਾ ਖਰਚਾ? $500। ਅੱਛਾ। ਤੇ ਉਹ ਮਹਿਫਲਾਂ 'ਚੋਂ ਇਕੱਲਾ ਹੀ ਗਾਣ ਜਾਂਦਾ ਸੀ। ਫਿਰ ਉਹਨੂੰ 200-250 ਉੱਪਰ ਵੀ ਚੜ ਜਾਂਦਾ ਸੀ, ਜੋ ਉਹਨੂੰ ਹੁੰਦੇ ਸੀ ਉਹਨੂੰ ਦੇ ਦਿੰਦੇ। ਮੈਂ ਜਗਜੀਤ ਸਿੰਘ ਨਾਲ 3 ਵਾਰੇ ਕੰਮ ਕੀਤਾ। ਮੈਂ ਇੱਕ ਦਵਾਨੀ ਵੀ ਚੱਕ ਕੇ ਆਪਣੀ ਜੇਬ 'ਚ ਨਹੀਂ ਪਾਈ। ਅੱਛਾ, ਉਹ 79 'ਚ ਥਰੂ ਆਊਟ ਮੈਂ ਕੈਨੇਡਾ ਸ਼ੋਅ ਕੀਤੇ ਜੀ। ਉੱਥੇ ਵੀ ਉਹਨੇ ਕਿਹਾ ਨਹੀਂ ਇੰਨੇ ਨਹੀਂ, ਜਿੰਨੇ ਉਹਨੂੰ ਦਿਸ ਗਏ ਇਹਨੂੰ ਬਣਦੇ ਆ $1,500। ਉਹਨੇ ਕਿਹਾ ਮੇਰੇ ਸਜਿੰਦਰ ਨੇ, ਮੈਂ ਤੇਰੇ ਕਰਕੇ ਲਿਆ, ਇਹਨਾਂ ਦੀ ਫੀਸ ਤੂੰ ਦੇ। ਅੱਛਾ। ਮੈਂ ਉਹਨਾਂ ਨੂੰ ਦੇਤਾ, ਮੇਰੇ ਕੋਲ ਫੇਸ ਉੱਪਰ। ਅੱਛਾ। ਜਦੋਂ 80 'ਚ ਆਇਆ ਤਾਂ ਜਿਹੜਾ ਬੰਦਾ ਸਾਡੇ, ਮੈਂ ਰਿਕਾਰਡ ਵੀ ਉਹਨਾਂ ਦੇ ਬਣਾਇਆ ਸੀ, ਉਹਨਾਂ ਨੇ ਉਹਨੂੰ ਭੁਲੇਖਾ ਲਾਇਆ ਤੇ ਉਹਦਾ ਜਿਹੜਾ ਵਤੀਰਾ ਸੀ ਉਹ ਅਜਿਹਾ ਨਹੀਂ ਸੀ। ਅੱਛਾ। ਤੇ ਮੈਂ ਉਹਨੂੰ ਕਿਹਾ ਵੀ ਜਿਹੜਾ ਰਿਕਾਰਡ ਬਣਾਇਆ ਇਹ ਬੰਦਾ ਵੇਚਦਾ, ਉਹਦਾ ਹਿਸਾਬ ਕਿਤਾਬ ਹੋਣਾ ਚਾਹੀਦਾ। ਕਹਿੰਦਾ ਮੈਨੂੰ ਬੰਬੇ, ਕਹਿੰਦਾ ਮੈਂ ਉੱਥੇ ਆ ਕੇ ਕਰਾ ਦੂੰਗਾ। ਤੇ ਜਦ ਇੱਥੇ ਉਹ ਨੇੜੇ ਵੀ ਨਾ ਖੜੇ, ਮੈਂ ਵਕੀਲ ਨੂੰ ਪਹਿਲਾਂ ਮਿਲਿਆ ਸੀ। ਅੱਛਾ। ਸਾਡੀ ਜੱਟਾਂ ਦੀ ਬਰਾਦਰੀ ਜਿਹੜੀ ਬੇਵਕੂਫਾਂ ਦੀ ਹੁੰਦੀ ਆ, ਜਾਂ ਖਾ ਮਰੇ ਜਾਂ ਚੱਕ ਮਰੇ। ਫਿਰ ਮੈਨੂੰ ਗੁੱਸਾ ਸੀ, ਔਰ ਮੈਂ ਕੀ ਵਿਦਰੋਹ ਕਰਦਾ। ਮੈਂ ਉਹਨੂੰ ਸਟੇਜ ਤੇ ਗਾਉਂਦੇ ਨੂੰ ਸੰਮਣ ਸਰਵ ਕੀਤੇ, ਜਗਜੀਤ ਸਿੰਘ। ਅੱਛਾ। ਮੇਰੀ ਲੱਤ ਟੁੱਟੀ ਸੀ, ਮੈਂ ਤਾਂ ਫੌੜੀਆਂ ਨਾਲ ਇੰਨਾ ਮੈਂਟਲੀ ਡਿਸਟਰਬ ਹੋਇਆ ਸੀ। ਤੇ ਉਹ 2-2.5 ਸਾਲ ਕੇਸ ਚੱਲਿਆ ਜੀ। ਮੈਂ ਕੇਸ ਜਿੱਤ ਗਿਆ। ਤੇ ਉਹ ਬੰਦੇ ਨੇ ਵਾਅਦਾ ਕੀਤਾ, ਤੁਹਾਨੂੰ ਦੱਸਿਆ ਸੀ ਇੱਕ ਵਾਰੀ ਪਹਿਲਾਂ ਵੀ ਮੈਨੂੰ $15,000 ਦੇਣਾ। ਤੇ ਉਹਨੇ 5,000 ਕੈਸ਼ ਦਿੱਤਾ ਤੇ 10,000 ਦੀ ਡਿਗਰੀ ਲੈ ਲਈ ਜੀ। ਤੇ ਉਹ ਅਗਲੇ ਸਾਲ ਉਹ ਬੈਂਕਰਪਸੀ ਡਿਕਲੇਅਰ ਕਰਦੀ। ਮੈਂ ਉਹਦਾ 5,000 ਸੀ, ਵਕੀਲ ਦੀ ਫੀਸ ਸੀ ਜ਼ੀਰੋ। ਫਿਰ ਤੋ ਇਹਦੇ 'ਚ ਕੀ ਨੰਗੀ ਨਾ ਨਾਣਾ ਕੀ ਨਿਚੋੜਨਾ, ਇਹ ਸੈਡ ਪਾਰਟ ਹੈ। ਪਰ ਉਹਦਾ ਜਗਜੀਤ ਸਿੰਘ ਨੇ ਵੀ ਬਾਅਦ ਵਿੱਚ ਜਾ ਕੇ ਉਹਨੂੰ ਅਹਿਸਾਸ ਹੋਇਆ ਕਿ ਉਹਨੇ ਮੇਰੀ ਕਦਰ ਨਹੀਂ ਪਾਈ ਜੀ। ਤੇ ਜਦੋਂ 2009 'ਚ ਇੱਥੇ ਆਏ ਤਾਂ ਉਹਨਾਂ ਦਾ ਸ਼ੋਅ ਰੋਏ ਥਾਮਸਨ ਹਾਲ 'ਚ ਹੋ ਰਿਹਾ ਸੀ। ਮੈਂ ਸਤਿੰਦਰ ਨੂੰ 2-3 ਹਫ਼ਤੇ ਪਹਿਲਾਂ ਸੱਦ ਲਿਆ ਸੀ ਵੀ ਤੂੰ ਆ ਜਾ ਕਾਕਾ, ਦੇਖ ਜਗਜੀਤ ਸਿੰਘ 'ਚ ਕੀ ਗੱਲ ਹੈ, ਲੋਕੀ ਕਿਉਂ ਉਹਨੂੰ ਲਾਈਕ ਕਰਦੇ, ਉਹਦੀ ਪਰਫਾਰਮੈਂਸ ਕੀ ਗੱਲ ਹੈ। ਅੱਛਾ। ਤੇ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਜਿਹੜੀ ਮੇਰੀ ਸੀਟ ਸੀ ਉਹ ਸਭ ਤੋਂ ਲਾਸਟ ਸੀਟ ਸੀ, ਉਹਦੇ ਬਾਅਦ ਕੰਧ ਸੀ। ਅੱਛਾ। ਵੀਰੋ ਦੀ ਸੀ, ABCDEFGHIJKLMOUV, ਤੇ ਉਹਦੇ ਬਾਅਦ ਕੰਧ ਸੀ। ਮੈਂ ਕਿਹਾ ਮੈਨੂੰ ਕੀ ਸੀ, ਮੈਂ ਤਾਂ ਉਹਨੂੰ ਸਰਤਾਜ 'ਚ ਮੈਂ ਦੋਵੇਂ ਬੈਠੇ, ਉਹਨੇ ਗਾਇਆ ਤੇ ਉਹ ਇੰਟਰਮਿਸ਼ਨ ਟਾਈਪ 1.5 ਘੰਟਾ ਗਾ ਖਲੋ ਗਿਆ। ਉਹਦੇ ਹੱਥ 'ਚ ਇੱਕ ਪਾਰਸਲ ਜਿਹਾ ਸੀ ਤੇ ਉਹਨੇ ਕਿਹਾ ਜੀ ਮੇਰਾ ਇਹ ਸ਼ਹਿਰ ਤੋਂ ਕੈਰੀਅਰ ਸ਼ੁਰੂ ਹੋਇਆ। ਇੱਕ ਬੰਦਾ ਸੀ ਜਿਹੜਾ ਮੈਨੂੰ ਬੰਬੇ ਤੋਂ ਇੱਥੇ ਲੈ ਕੇ ਆਇਆ ਸੀ ਜੀ, ਉਹਨੇ ਮੇਰਾ ਰਿਕਾਰਡ ਵੀ ਬਣਾਇਆ ਸੀ। ਆਈ ਹੋਪ, ਉਮੀਦ ਕਰਨਾ ਹੀ ਇਜ਼ ਇਨ ਦਾ ਹਾਲ ਸਮਵੇਅਰ, ਇਕਬਾਲ ਮਾਹਲ ਪਲੀਜ਼ ਕਮ ਟੂ ਦ ਸਟੇਜ। ਅੱਛਾ। ਹੁਣ ਮੈਨੂੰ ਤਾਂ ਕੋਈ ਤਵੱਕੋ ਨਹੀਂ ਸੀ। ਤੇ ਮੈਂ ਗਿਆ ਤੇ ਉਹ ਨਾਲੇ ਬਟਨ ਬੰਦ ਕਰਦਾ ਜਾ ਰਿਹਾ ਤੇ ਮੈਨੂੰ ਹੇਠੋਂ ਸੱਗੂ ਸਾਹਿਬ ਨੇ, ਸਾਡੇ ਫੋਟੋਗ੍ਰਾਫਰ, 1-2 ਬੰਦੇ ਹੋਰ ਸੀ, ਉਹਨਾਂ ਨੇ ਪੁਸ਼ ਦੇ ਕੇ ਉੱਪਰ ਚੜਾਇਆ ਤੇ ਜਗਜੀਤ ਸਿੰਘ ਨੇ ਕਿਹਾ ਕਿ ਆਹ ਜਿਹੜੀ ਮੇਰੀ ਨਵੀਂ CD ਹੈ ਇਹਦਾ ਉਦਘਾਟਨ ਮੈਂ ਤੁਹਾਡੇ ਤੋਂ ਕਰਾਉਣਾ ਚਾਹੁੰਦਾ। ਵਾਹ। ਤੇ ਮੈਂ ਉਹਦਾ ਰਿਬਨ ਕੱਟਿਆ ਜੀ। ਆਈ ਹਗਡ ਹਿਮ, ਹੀ ਹਗਡ ਮੀ। ਤੇ ਮੈਨੂੰ ਦੱਸਣਾ ਪੈਂਦਾ ਕਿ ਉਹਦੀਆਂ ਅੱਖਾਂ ਨਮ ਸੀਆਂ।
ਸਮਝ ਗਏ ਤੁਸੀਂ? ਜ਼ਿੰਦਗੀ 'ਚ ਕੁਦਰਤ ਤੇ ਵੀ ਕੁਝ ਛੱਡ ਦਿੰਦੇ ਆ। ਇੱਕੋ ਮੁੰਡਾ ਸੀ, ਉਹ ਮਰ ਗਿਆ, ਹੁਣ ਪੈਨੇ ਪੈਸੇ ਲੈ ਕੇ ਕਿੱਥੋਂ 300 ਕਰੋੜ ਪਤਾ ਨਹੀਂ ਕਿੰਨੇ ਛੱਡ ਕੇ ਟੁਰ ਗਿਆ। ਬੰਦੇ ਨੂੰ ਕਿਸੇ ਮੋੜ ਤੇ ਤਾਂ ਅਹਿਸਾਸ ਹੋਇਆ ਜੀ। ਫਿਰ ਮੈਨੂੰ ਕਹਿੰਦਾ ਇਦਾਂ ਕਰ, ਹੁਣ ਇਹਨੂੰ ਬੋਲੀ ਲਾ ਕੇ ਵੇਚ ਦੇ। ਕੈਨ ਯੂ ਇਮੈਜਿਨ, ਉਹ ਸੀਡੀ $6000 'ਚ ਟੋਰਾਂਟੋ 'ਚ ਵਿਕੀ ਹੈ। ਵਾਹ। ਤੇ ਜਿਹੜਾ ਉਹ ਚੈੱਕ ਸੀ ਬੱਚਿਆਂ ਦੇ ਹਸਪਤਾਲ ਨੂੰ ਦੇ ਦਿਓ। ਕੀ ਬਾਤ। ਪਰ ਕੋਈ ਵੀ ਸਮਾਂ ਸੀ ਕਿ ਜਦੋਂ ਪੈਸਿਆਂ ਦੀ ਖਾਤਰ ਥੋੜੀ ਬਹੁਤੀ। ਸੋ ਅੱਗੇ ਥੋੜਾ ਜਿਹਾ ਵੱਧਦੇ ਆ ਤਾਂ ਗੁਰਦਾਸ ਮਾਨ ਸਾਹਿਬ ਹੋਰਾਂ ਦੀ ਜੇ ਗੱਲ ਕਰੀਏ, ਗੁਰਦਾਸ ਮਾਨ ਹੋਰਾਂ ਨੂੰ ਵੀ ਤੁਸੀਂ ਕੈਨੇਡਾ ਦੇ ਵਿੱਚ। ਉਹਨਾਂ ਨੂੰ ਲੈ ਕੇ ਨਹੀਂ ਸੀ ਆਇਆ, ਲੈ ਕੇ ਕੋਈ ਹੋਰ ਸੀ ਜੀ। ਸੋਢੀ ਸਾਹਿਬ ਸੀ ਵੈਨਕੂਵਰ ਦੇ। ਮੈਂ ਉਹਨਾਂ ਦਾ ਪਹਿਲਾ ਸ਼ੋਅ ਕੈਨੇਡਾ 'ਚ ਟੋਰਾਂਟੋ ਕੀਤਾ ਸੀ ਜੀ। ਉਹ ਇੱਧਰ ਦੀਆਂ ਇੱਥੇ ਉਤਰੇ ਸੀ, ਸ਼ੋਅ ਕੀਤਾ, ਹਫ਼ਤਾ 10 ਦਿਨ ਰਹੇ। ਉਹ YouTube ਤੇ ਵੀ ਮੈਂ ਪਾਇਆ। ਗੁਰਦਾਸ ਮਾਨ ਹੋਰਾਂ ਦੀ ਖੂਬਸੂਰਤ ਗੱਲ ਇਹ ਆ ਕਿ ਉਹਨੇ ਪੰਜਾਬੀ ਨੂੰ ਸੋਚਣ ਵਿਚਾਰਨ ਵਾਲੀ ਗੱਲ ਕੀਤੀ ਆਪਣੀ ਸ਼ਾਇਰੀ 'ਚ। ਜੀ। ਦੂਸਰਾ ਉਹ ਹੈਂਡਸਮ ਮੈਨ ਹੈ, ਡਫਲੀ ਫੜ ਕੇ ਲਾਚਾ ਬਣਿਆ, ਇੰਨੇ ਦਿਲ ਮੋਹ ਲੈਂਦਾ। ਜਿਹੜੀ ਚੀਜ਼ ਲੇਡੀਜ਼ ਨੂੰ ਪਸੰਦ ਹੈ, ਕੱਪੜਾ, ਰੋਟੀ, ਬੰਦਾ, ਜੀ, ਉਹ ਵਿਕਦਾ। ਸਰਤਾਜ ਵੀ ਇਦਾਂ ਹੀ ਆ। ਤੇ ਜਿਹੜੇ ਨਹੀਂ ਪਸੰਦ, ਮਰਦਾਂ ਦਾ ਹੀ ਸੀਮਤ ਆ। ਸਦੀਕ ਸਾਹਿਬ ਦਾ ਖਾੜਾ, ਉਹਦਾ ਰੰਗ ਹੋਰ ਹੈ। ਤੇ ਉਹ ਇੱਥੇ ਗਏ, ਮੈਂ ਜੋ ਹੋਇਆ ਕੀਤਾ, ਮੈਂ 2 ਸ਼ੋਅ ਕੀਤੇ ਸੀ, ਜੋ ਲੈਣ ਦੇਣ ਸੀ ਸਾਡਾ ਹੋ ਗਿਆ। ਫਿਰ ਉਹ ਕਿਸੇ ਹੋਰ ਸੱਜਣ ਨੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਜੀ। ਤੇ ਅਨਫੋਰਚੂਨਟਲੀ ਉਹ ਸਨ 84 ਸੀ। ਅੱਛਾ। ਤੇ ਉਹ ਸ਼ੋਅ ਕਰਦੇ ਗਏ। ਉਹਨਾਂ ਨੇ ਸੱਜਣ ਨੇ ਕਿਹਾ, ਮਾਲ ਸਾਹਿਬ ਵੀ ਤੁਸੀਂ ਮੇਰਾ ਇੱਕ ਵੱਡਾ ਸ਼ੋਅ ਕਰ ਦਿਓ, ਅਗਲਾ ਸ਼ੋਅ ਮੈਂ ਦੂਜਾ ਤੁਹਾਨੂੰ ਵੇਚ ਦਾਂਗਾ, ਆਪਾਂ ਪੈਸੇ ਸਪਲਿਟ ਕਰ ਲਾਂਗੇ ਜੀ। ਤੇ ਉੱਥੇ ਆ ਜਿਹੜਾ ਇੰਟਰਨੈਸ਼ਨਲ ਸੈਂਟਰ ਹੈ ਮਾਲਟਨ 'ਚ ਜੀ, ਇੱਥੇ 3000 ਬੰਦੇ ਦੇ ਗੇਟ 'ਚ ਆਇਆ ਸੀ। ਉਹ ਤਾਂ ਟੈਚੀ, ਇੱਕ ਤਾਂ ਨਾ ਬੈਗ 'ਚ ਨੋਟ ਪਾਉਣੇ, ਇੱਕ ਟੈਚੀ ਕੇਸ ਪਾਉਣੇ। ਅੱਛਾ। ਉਹ ਸੱਜਣ ਨੇ ਟੱਚ, ਫਿਰ ਤਾਂ ਉਹਨਾਂ ਦੀ ਵਾਈਫ ਕਹਿੰਦੀ ਹੁਣ ਤਾਂ ਸਾਡੀ ਬੱਕਰੀ ਵੀ ਨੋਟ ਨਹੀਂ ਜੱਬਦੀ। ਅੱਛਾ। ਤੇ ਜਦੋਂ ਉਹ ਵੈਨਕੂਵਰ ਸਾਈਡ ਨੂੰ ਗਏ, ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਕਦੋਂ ਵਾਪਸੀ ਹੈ, ਤਾਂ ਕਿ ਉਹਦੇ ਹਿਸਾਬ ਨਾਲ ਹਾਲ ਮੈਂ ਪਤਾ ਕਰਾਂ। ਤੇ ਉਹਨਾਂ ਨੇ ਮੈਨੂੰ ਟਰਕਾ ਦਿੱਤਾ। ਅੱਛਾ। ਤੇ ਜਦੋਂ ਮੈਂ ਏਅਰਪੋਰਟ ਤੋਂ ਵਾਪਸ ਆਇਆ ਤਾਂ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਲੱਗਦਾ ਇਹਦਾ ਦਿਲ ਬੇਈਮਾਨ ਹੋ ਗਿਆ, ਆਪਾਂ ਨੂੰ ਕੀ ਲੈਣਾ ਜੀ। 4 ਹਫ਼ਤਿਆਂ ਬਾਅਦ ਕਿਸੇ ਹੋਰ ਦੇ ਨਾਂ ਹੇਠਾਂ ਸ਼ੋਅ ਹੋਇਆ, ਅਨਾਉਂਸ ਹੋ ਗਿਆ। ਚਲੋ ਓਬਵੀਅਸ ਕੋ ਪਹਿਲਾਂ ਹੀ ਕੁੜਕ ਗਈ ਸੀ। ਤੇ ਜਦੋਂ ਫਿਰ ਉਹ 84 ਦਾ ਹੋਇਆ ਹਰਿਮੰਦਰ ਸਾਹਿਬ ਤੇ, ਉਦੋਂ ਇਹਨਾਂ ਦਾ ਸ਼ੋਅ ਉੱਥੇ ਸੀਗਾ ਆਟਵਾ। ਅੱਛਾ। ਉਹ ਉੱਥੇ ਲੋਕੀ ਟਿਕਟਾਂ ਲੈ ਚੁੱਕੇ ਸੀ, ਉਹ ਆ ਗਏ। ਅਗਲੇ ਦਿਨ ਟੋਰਾਂਟੋ ਸੀ ਤੇ ਉੱਥੇ 112 ਬੰਦੇ ਮੋਹਰੇ ਬੈਠੇ ਸੀ। ਅੱਛਾ। ਕੋਈ ਨਹੀਂ ਗਿਆ। ਤੇ ਫਿਰ ਗੁਰਦਾਸ ਜੀ ਉਸ ਸਟੇਜ ਤੋਂ ਉਤਰਿਆ ਤੇ ਉਹ ਬੰਦੇ ਨੇ ਕੇਸ ਫਾਈਲ ਕਰ ਦਿੱਤਾ, ਉਹ ਜਿੱਤ ਗਿਆ। ਅੱਛਾ। ਡਿਗਰੀ $40,000 ਦੀ। ਅੱਛਾ। ਹਾਂ। ਤਾਂ ਉਹਨਾਂ ਤੋਂ ਗੁਰਦਾਸ ਮਾਨ ਹੋਣਾ ਤੋਂ। ਅੱਛਾ। ਗੁਰਦਾਸ ਹੋਣਾ ਦਾ ਫਿਰ ਉਹਨਾਂ ਨੂੰ ਰਹਿਣ ਨੂੰ ਕੋਈ ਜਗ੍ਹਾ ਨਹੀਂ ਸੀ। ਉਹ ਮੇਰੇ ਘਰ ਰਹੇ 10-12 ਦਿਨ। ਟਿਕਟਾਂ ਵੀ ਉਹ ਬੰਦੇ ਨੇ ਰੱਖੀਆਂ ਸੀ। ਅੱਛਾ। ਉਹਨਾਂ ਨੂੰ ਨਵੀਆਂ ਟਿਕਟਾਂ ਇਸ਼ੂ ਕਰਾਈਆਂ। ਜਿਹੜਾ ਪਾਸਪੋਰਟ ਆ ਪ੍ਰਾਪਰਟੀ ਆਫ ਗਵਰਨਮੈਂਟ ਆਫ ਇੰਡੀਆ, ਪ੍ਰੈਜ਼ੀਡੈਂਟ ਆਫ ਇੰਡੀਆ ਜੀ। ਤੁਸੀਂ ਕਿਸੇ ਦਾ ਪਾਸਪੋਰਟ ਨਹੀਂ ਰੱਖ ਸਕਦੇ। ਜਿਹੜੀਆਂ ਟਿਕਟਾਂ ਸੀਗੀਆਂ ਫਾੜ ਦਿੱਤੀਆਂ। ਅੱਛਾ। ਇਸ ਆਸਤੇ ਕਿ ਜਹਾਜ਼ ਨਹੀਂ ਚੜ੍ਹ ਸਕੇਗਾ। ਉਹਨਾਂ ਨੇ ਲੰਡਨ ਸ਼ੋਅ ਕਰਨੇ ਸੀ। ਅੱਛਾ ਅੱਛਾ। ਇੱਥੋਂ ਵਾਪਸੀ ਤੇ ਲੰਡਨ ਉਤਰ ਕੇ ਸ਼ੋਅ ਕਰਨੇ ਸੀ। ਫਿਰ ਜੇ ਅਸੀਂ ਦੌੜ ਭੱਜ ਕੀਤੀ, ਉਦੋਂ ਦਵਿੰਦਰ ਸਿੰਘ ਹੁੰਦੇ ਸੀ ਕਾਉਂਸਲਰ ਰਸਤੇ ਤੋਂ। ਕੁਛ ਉਹਨਾਂ ਦਾ ਕੁਛ ਬਿਜ਼ਨਸ ਵਾਲੇ ਸੀ, ਕਾਲੀਆ ਸਾਹਿਬ, ਉਹਨਾਂ ਨੇ ਸਾਡੀ ਹੈਲਪ ਕੀਤੀ। ਗੁਰਦਾਸ ਮਾਨ ਨੂੰ 8-9 ਟਿਕਟਾਂ ਸਾਰੀਆਂ ਦੁਬਾਰਾ ਰੀਇਸ਼ੂ ਕੀਤੀਆਂ ਤੇ ਉਹਨਾਂ ਨੂੰ ਜਹਾਜ਼ ਚੜ੍ਹਾਤਾ। ਉਹ ਬੰਦੇ ਨਾਲ ਸਾਰੀ ਉਮਰ ਦੀ ਦੁਸ਼ਮਣੀ ਹੋਈ। ਬੰਦੇ 'ਚ ਪੜ੍ਹਿਆ ਲਿਖਿਆ, ਗੁਰਦਾਸ ਅਨਪੜ੍ਹ ਨਹੀਂ। ਉਹ ਇੱਕ ਵਾਰੀ ਉਹਦੇ ਮੂੰਹ 'ਚੋਂ ਇਹ ਨਹੀਂ ਨਿਕਲਿਆ ਵੀ ਮਾਲ ਸਾਹਿਬ ਥੈਂਕ ਯੂ, ਤੁਸੀਂ ਮੇਰੀ ਮਦਦ ਕੀਤੀ। ਹੁਣ ਜਾਇਆ ਕਿ ਫਿਲਮ ਦੀ ਸ਼ੂਟਿੰਗ ਹੁੰਦੀ ਸੀ, ਮੈਂ ਮੈਸੇਜ ਦੇਖਿਆ ਸੀ ਨਾ, ਉਹ ਬਾਦਰ ਟੂ ਕਾਲ ਮੀ, ਮੈਂ ਕੀ ਲੈਣਾ। ਥੋੜਾ ਜਿਹਾ ਅੱਗੇ ਨੂੰ ਵਧੀਏ ਤੇ ਨੂਰਾ ਸਿਸਟਰਸ ਦੀ ਗੱਲ ਕਰਦੇ ਆ। ਨੂਰਾ ਸਿਸਟਰ ਨੂੰ ਤੁਸੀਂ ਬਹੁਤ ਬੱਚੀਆਂ ਹੁੰਦੀਆਂ ਨੂੰ ਉਹਨਾਂ ਦੀ ਜਿਹੜੀ ਵੀਡੀਓ ਤੁਸੀਂ ਰਿਕਾਰਡ ਕਰਕੇ ਚਲਾਈ ਸੀ ਇੱਥੇ ਆਪਣੇ ਸ਼ੋਅਜ਼ ਦੇ ਵਿੱਚ, ਤਾਂ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਇੱਕ ਸ਼ੋਅ ਦੇ ਵਿੱਚ ਲੈ ਕੇ ਆਏ, ਤਾਂ ਫਿਰ ਉਸ ਤੋਂ ਬਾਅਦ ਤਰੱਕੀਆਂ ਹੀ ਤਰੱਕੀਆਂ। ਜਿਹੜੀ ਮੈਂ ਪੱਛਮ ਤੋਂ ਇਹ ਸਿੱਖਿਆ ਕਿ ਪ੍ਰੈਜੈਂਟੇਸ਼ਨ ਇਜ਼ ਵੈਰੀ ਇੰਪੋਰਟੈਂਟ ਜੀ। ਹੁਣ ਉਹ ਵਿਚਾਰੇ ਬੜੇ ਗਰੀਬੜੇ ਜਿਹੇ ਇਲਾਕੇ 'ਚ ਰਹਿੰਦੇ ਨੇ, ਜਲੰਧਰ 'ਚ ਬਾਲਮੀਕ ਕਲੋਨੀ ਪਤਾ ਨਹੀਂ ਕੀ ਸੀ ਜੀ। ਤੇ ਉਹ ਇੱਥੇ ਲਿਆਇਆ, ਉਹਨਾਂ ਨੂੰ ਕੱਪੜੇ ਨਵੇਂ ਉੱਥੇ ਸਮਾ ਕੇ ਦਿੱਤੇ, ਉਹਨਾਂ ਦੇ ਬਾਲ ਠੀਕ ਕਰਾਏ, ਉਹਨਾਂ ਦੀਆਂ, ਮੈਨੂੰ ਦੁੱਖ ਨਾ ਕਹਿਣਾ ਪੈਂਦਾ, ਜੂਆਂ ਵੀ ਮਰਵਾਈਆਂ। ਇਹੀ ਵਿਚਾਰੇ ਬੜੇ ਸੀਗੇ ਜੀ। ਤੇ ਉਹ ਜਦ ਸਾਲ ਇੱਥੇ ਗਏ ਤਾਂ ਫਿਰ ਲੋਕੀ ਵੀ ਮਗਰ ਲੱਗ ਜਾਂਦੇ ਨਾ ਵੀ ਸਾਡੇ ਨਾਲ ਨਹੀਂ ਪਤਾ ਸੀ 3 ਸਾਲ ਦਾ ਕੰਟਰੈਕਟ ਹੋਰ ਪੱਕਾ ਹੈ। ਤੇ ਉਹਨਾਂ ਨੇ ਕੁਝ ਬੇਹੂਦੀਆਂ ਹਰਕਤ ਕੀਤੀਆਂ ਜੀ। ਦੂਜਾ, ਜਿੱਥੇ ਪੜ੍ਹਾਈ ਨਹੀਂ ਉੱਥੇ ਬੋਲਣ ਦੀ ਤਮੀਜ਼ ਨਹੀਂ ਹੁੰਦੀ। ਤੇ ਮੈਂ ਉਹਨਾਂ ਦਾ ਖੜਾ ਛੱਡ ਦਿੱਤਾ ਜੀ। 3 ਸਾਲ ਦਾ ਕੰਟਰੈਕਟ ਮੈਂ 1 ਸਾਲ ਕੀਤਾ, ਉਹਦੇ ਬਾਅਦ ਕੰਟਰੈਕਟ ਫਾੜ ਦਿੱਤਾ। ਅਜਿਹਾ ਵਾਪਰਿਆ ਕੀ ਇਸ ਤਰ੍ਹਾਂ ਦਾ ਜਿਹੜਾ ਤੁਸੀਂ, ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਆਏ ਆ ਔਰ ਉਹਨਾਂ ਨੂੰ ਤਰਾਸ਼ਿਆ, ਗਰੂਮਿੰਗ ਕੀਤੀ ਆ, ਸਟੇਜ ਤੱਕ ਲੈ ਕੇ, ਦੇਖੋ ਸੁਣੋ,
ਮੇਰੀ ਗਾਉਣ 'ਚ ਕੋਈ ਤਰਾਸ਼ਣਾ ਨਹੀਂ, ਨਾ ਮੈਨੂੰ ਗਾਉਣਾ ਆਉਂਦਾ। ਪੇਸ਼ਕਾਰੀਆਂ ਦੇ ਵਿੱਚ ਹਾਂ, ਕੱਪੜੇ ਕਿਹੜੇ ਪਾਉਣੇ ਆ, ਸੈੱਟ ਪਿੱਛੇ ਕਿਹੜਾ ਲੱਗਣਾ, ਉਹਦੇ 'ਚ ਮੇਰੀ ਵਾਈਫ ਦਾ ਬਹੁਤ ਯੋਗ ਹੱਥ ਹੈ। ਉਹ ਕਰਾਉਂਦੇ ਨੇ ਸਾਡੇ ਤੇ ਬੀਬੀ ਇੱਕ ਸੁਰਿੰਦਰ, ਜਿਹੜੇ ਵਿਆਹ ਸ਼ਾਦੀਆਂ ਦੇ ਮੰਡਪ ਤਿਆਰ ਕਰਦੀ, ਉਹ ਸਾਡੀ ਜਿੱਦਾਂ ਵੀ ਇੱਛਾ ਅਨੁਸਾਰ ਉਹਨਾਂ ਤੋਂ ਕਰਾ ਲੈਂਦੇ ਨੇ। ਸਾਡਾ ਸਾਊਂਡ ਸਿਸਟਮ ਹੈ ਬਬਲੀ ਜੱਸਲ, ਜਿਹੜਾ ਉਹ ਮੇਰਾ ਦੋਸਤ ਵੀ ਹੈ ਤੇ ਮੇਰਾ ਸਾਰੇ ਕੰਮ ਉਹੀ ਸਾਂਭਦਾ। ਜਦੋਂ ਆਇਆ ਵੀ ਮੈਨੂੰ ਫਿਕਰ ਨਹੀਂ ਆਉਂਦਾ ਵੀ ਸਾਊਂਡ 'ਚ ਕੋਈ ਤਕਲੀਫ ਹੋਏਗੀ। ਇਟਸ ਸੋ ਗੁੱਡ। ਤੇ ਅਸੀਂ ਪ੍ਰੋਗਰਾਮ 8 ਵਜੇ ਕਰੂ, ਸਾਡਾ 6:30 ਵਜੇ ਫਾਈਨਲ ਹੋ ਜਾਂਦਾ ਵੀ ਗਵਈਏ ਦਾ ਮਾਈਕ ਵੀ ਸੈੱਟ, ਤਬਲੇ ਵਾਲਾ ਦਾ ਵੀ, ਢੋਲਕੀ ਤੇ ਬਾਜਾ ਜੋ ਸਿਸਟਮ ਹੈ। ਉਹ ਤੋਂ ਬਾਅਦ ਬੰਦ ਕਰੋ ਕਾਕਾ, 1 ਘੰਟਾ ਰੈਸਟ ਕਰੋ, ਕੱਪੜੇ ਬਦਲੋ, ਖਾਓ ਪੀਓ। 7:30 ਵਜੇ ਸਾਰੇ ਵਰਦੀਆਂ ਪਾ ਕੇ ਤਿਆਰ ਹੁੰਦੇ ਨੇ। ਫਿਰ ਅਸੀਂ ਅਰਦਾਸ ਕਰਦੇ ਹਾਂ। 5 to 8 ਮੁੰਡੇ ਸਟੇਜ ਤੇ ਬਹਿੰਦੇ ਆ। ਮੇਰੀ ਜਿਹੜੀ ਮੰਚ ਸੰਚਾਲਕ ਹੈ ਉਹ ਨੀਟਾ ਬਲਵਿੰਦਰ ਹੈ, ਬੀਬੀ ਇੱਥੇ ਰਹਿੰਦੀ ਹੈ। ਉਹ 8 ਵਜੇ ਐਂਟਰੀ ਲੈਂਦੀ ਹੈ, 5 ਮਿੰਟ ਬਾਅਦ ਉਤਰ ਆਉਂਦੀ ਹੈ, ਪ੍ਰੋਗਰਾਮ ਸ਼ੁਰੂ। ਤਾਂ ਜਿਹੜੀ ਰੂਟ ਹੈ, ਜੜ ਹੈ, ਜਿਹੜਾ ਤੁਸੀਂ ਉਹਨਾਂ ਤੋਂ ਜਿਹੜਾ ਕੰਟਰੈਕਟ ਜਿਹੜਾ ਉਹ ਕਿਵੇਂ ਖੁੱਸ ਗਿਆ, ਜਾਂ ਉਹਨਾਂ ਨੂੰ ਖੁੱਸ ਗਿਆ ਨਹੀਂ, ਮੈਂ ਆਪੇ ਛੱਡ ਦਿੱਤਾ। ਤੁਸੀਂ ਛੱਡਿਆ? ਤਾਂ ਪਰ ਕੀ ਨਜ਼ਰ ਕੀ ਆਇਆ ਸੀ ਇਸ ਤਰ੍ਹਾਂ ਦਾ? ਉਹ ਦਰਅਸਲ ਬੰਦੇ ਦੀ ਭੁੱਖ ਬੇਲੋੜੀ ਆ। ਅੱਛਾ। ਮੈਂ ਤਾਂ ਉਹਨਾਂ ਨੂੰ ਘਰ ਵੀ ਲੈ ਕੇ ਜਾਣ ਦਾ ਸੋਚਦਾ ਸੀ, ਸਮਝੇ ਕਿ ਨਹੀਂ, ਬਹੁਤ ਮੰਦਹਾਲੀ 'ਚ ਸੀਗੇ। ਪਰ ਜਿੱਦਾਂ ਨਾ ਉਹ ਜੀਭ ਜ਼ਿਆਦਾ ਲਟਕਦੀ ਸੀ ਤੇ ਮੈਨੂੰ। ਅੱਛਾ, ਤੀਸਰਾ ਖਾਸ ਗੱਲ ਇਹ ਹੈ, ਤੁਹਾਡੀ ਮੇਰੀ ਬਣਦੀ ਹੈ। ਤੁਸੀਂ ਜੋ ਮੈਂ ਕਹਿ ਰਿਹਾ ਤੁਸੀਂ ਕਰੀ ਜਾਂਦੇ ਹੋ, ਗੱਲ ਬਣੀ ਰਹਿੰਦੀ ਹੈ। ਠੀਕ ਹੈ। ਸ਼ੋ ਬਿਜ਼ਨਸ ਦਾ ਹੀ ਹੈ ਨਾ ਜੀ। ਤੇ ਜਦੋਂ ਤੁਹਾਡੀ ਮੇਰੀ ਅਣਬਣ ਹੋ ਗਈ, ਮੈਂ ਜੋ ਮਰਜ਼ੀ ਕਰਾਂ, ਤੁਸੀਂ ਜੋ ਮਰਜ਼ੀ ਖੋਲੋ, ਤੇ ਫਿਰ ਉਹ ਪ੍ਰੋਗਰਾਮ ਥੋੜ੍ਹੇ ਹੋਣਗੇ। ਸਵਾਦ ਤਾਂ ਆਇਆ ਜੇ ਤੁਹਾਡੀ ਯੂਨਿਟੀ ਹੋਵੇ। ਜੇ ਤੁਹਾਡੇ ਮਤਭੇਦ ਹੋ ਗਏ ਫਿਰ ਤੁਸੀਂ ਕੀ ਕਰਨਾ? ਉਹ ਖਾਸ ਕਰਕੇ ਉਹ ਜਿਹੜਾ ਉਹਨਾਂ ਦਾ ਪਿਓ ਸੀ, ਉਹਦੇ ਨਾਲ ਮੇਰੀ ਨਹੀਂ ਬਣਦੀ ਸੀ। ਜਿਹੜੀ ਜੋਤੀ ਆ, ਹੁਣ ਵੀ ਮੈਂ ਲੁਧਿਆਣੇ 'ਚ, ਮੈਨੂੰ ਫੋਨ ਆਇਆ, ਬੜੇ ਪਾਪਾ ਮੈਨੂੰ ਮਿਲ ਜਾਓ। ਮੈਂ ਮਿਲਿਆ। ਕਲਾ ਉਸ ਕੁੜੀ 'ਚ ਜਿਹੜੀ ਜੋਤੀ, ਉਹ ਹੁਣ ਇੱਥੇ ਆਈ ਸੀ, ਮੈਨੂੰ ਫਿਰ ਫੋਨ ਕਰ, ਪਾਪਾ ਮੇਰਾ ਫੋਨ ਗਵਾਚ ਗਿਆ ਤੁਹਾਡਾ, ਮੈਂ ਤੁਹਾਡਾ ਟੀਵੀ ਤੋਂ ਦੇਖ ਕੇ ਤੁਹਾਨੂੰ ਕਰ ਰਹੀ ਹਾਂ। ਤੇ ਮਿਲ ਕੇ ਗਈ, ਮੇਰਾ ਇੱਕ ਵੀ ਸ਼ਿਕਵਾ ਨਹੀਂ। ਹੁਣ ਮੈਂ ਗਿਆ ਜੱਫੀ ਪਾ ਕੇ ਧਾਹਾਂ ਮਾਰ ਕੇ ਰੋਈ। ਜਾਂਦੀ ਹੋਈ ਇਹ ਵੀ ਕਹਿ ਗਈ, ਮੈਨੂੰ ਬੜਾ ਗੰਦਾ ਜਿਹਾ ਲੱਗਦਾ, ਕਹਿੰਦੀ ਇਹ ਕੁੱਤਿਆਂ ਨੂੰ ਖਾਣਾ ਨਹੀਂ ਹੈ। ਸ਼ੀ ਅਪੋਲੋਜਾਈਜ਼ ਔਨ ਦ ਬਿਹਾਫ ਆਫ ਦ ਫਾਦਰ। ਸੋ ਕੁੜੀ 'ਚ ਗੱਲ ਹੁਣ ਜਦੋਂ ਗੁਰਦਾਸ ਮਾਨ ਦੀ ਗੱਲ ਕਰਦੇ ਆ, ਫਿਰ ਉਸ ਤੋਂ ਬਾਅਦ ਸਰਤਾਜ ਹੋਰਾਂ ਦੀ ਗੱਲ ਕੀਤੀ, ਨੂਰਾਂ ਸਿਸਟਰ ਦੀ ਗੱਲ ਕੀਤੀ, ਜਗਜੀਤ ਹੋਰਾਂ ਦੀ ਗੱਲ ਕੀਤੀ। ਹੁਣ ਕੁਛ ਇਸ ਤਰ੍ਹਾਂ ਦੇ ਵੀ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਦੇ ਹੱਥ ਅਜਮਾਈ ਦੇ ਤੌਰ 'ਤੇ, ਜਾਂ ਤੁਸੀਂ ਆਪਣੇ ਵੱਲੋਂ ਇੱਕ ਕਹਿੰਦੇ ਨਾ ਅਸ਼ੀਰੀ ਹੱਥ ਦਿੱਤਾ ਤੇ ਬਈ ਤੂੰ ਚੱਲ ਵੀ ਛਾ ਜਾ, ਔਰ ਉਸ ਤੋਂ ਬਾਅਦ ਤੁਹਾਨੂੰ ਕੋਈ ਕਾਲ ਨਹੀਂ, ਉਸ ਤੋਂ ਬਾਅਦ ਕੋਈ ਬੰਦਾ ਬਾਤ ਨਹੀਂ ਪੁੱਛਦਾ। ਇਸ ਤਰ੍ਹਾਂ ਦੇ ਹੋਰ ਮੈਨੂੰ ਪਤਾ ਅਣਗਿਣਤ ਹੋਣਗੇ, ਪਰ ਕੁਛ ਨਹੀਂ ਹੈ। ਮੈਂ ਦਰਅਸਲ ਮੇਰੇ ਕੋਲ ਫੁੱਲ ਟਾਈਮ ਜੌਬ ਸੀ, ਮੈਂ ਬੜਾ ਦੌੜ ਭੱਜ ਨਹੀਂ ਕੀਤੀ ਜੀ। ਜੇ ਵਫਾਦਾਰੀ ਦੀ ਗੱਲ ਆ ਤਾਂ ਹਰਭਜਨ ਮਾਨ ਇੱਕੋ ਇੱਕ ਮੈਂ ਕਹਿ ਸਕਦਾ। ਉਹ ਅੱਜ ਵੀ ਉੱਦਾਂ ਦਾ, ਜਦ ਉਹ 15 ਸਾਲ ਤੋਂ 12 ਸਾਲ ਦਾ ਸੀ, ਜਦ ਮੇਰਾ ਉਹਦੇ ਆਉਣ ਜਾਣਾ, ਬਾਪੂ ਪਾਰਸ ਜੀ ਲੈ ਕੇ ਆਏ ਸੀ ਜੀ। ਉਹਨੇ ਕੁਝ ਬੇਸਿਕ ਗੱਲਾਂ ਸਿੱਖੀਆਂ ਨੇ। ਉਹ ਇਹ ਆ, ਨੰਬਰ 1 ਕਿ ਤੁਸੀਂ ਗਵਈਏ 2-3 ਘੰਟੇ ਸਟੇਜ ਤੇ ਹੋ ਸਕਦੇ ਹੋ ਦਿਹਾੜੀ 'ਚ ਜੀ, ਤੇ ਬਾਕੀ ਦੇ 20-22 ਘੰਟੇ ਉਹ ਤੁਸੀਂ ਕੀ ਹੋ। ਜੇ ਤੁਸੀਂ ਉਹ ਅੱਛੇ ਮਨੁੱਖ ਨਹੀਂ, ਚੰਗੇ ਇਨਸਾਨ ਨਹੀਂ, ਚੰਗਾ ਨਹੀਂ, ਦੁਰ ਫਿਟੇ ਮੂੰ ਤੁਹਾਡਾ। ਹਰਭਜਨ ਕੋਈ ਕਲਾਸੀਕਲ ਦਾ ਗਵਈਆ ਤਾਂ ਨਹੀਂ, ਫੋਕ ਹੈ, ਕਵੀਸ਼ਰੀ ਗਾਉਂਦਾ, ਢੱਡ ਸਰੰਗੀ ਵਾਲੇ ਗੀਤ ਗਾਉਂਦਾ। ਕਈਆਂ ਨੂੰ ਉਹਦਾ ਗੀਤ ਪਸੰਦ ਹੈ, ਕਈਆਂ ਨੂੰ ਉਹਦਾ ਗੀਤ ਨਹੀਂ ਪਸੰਦ, ਆਪਣੀ ਆਪਣੀ ਚੋਇਸ ਹੈ। ਪਰ ਉਹਨੇ ਫਿਲਮਾਂ ਵੀ ਬਣਾਈਆਂ, ਉਹ ਕਾਹਦੇ ਸਫਲ ਹੋਇਆ? ਸਿਰਫ ਇਸ ਬਣਾ ਤੇ। ਉਹਨੂੰ ਗਏ ਨੂੰ 30 ਸਾਲ ਹੋ ਗਏ ਨੇ ਇੰਡੀਆ। ਅੱਜ ਵੀ ਉਹਦੇ ਪੂਰੇ ਡੇਰੇ ਨੇ। ਹੁਣ ਪਿਛਲੇ ਸਾਲ ਮੇਰੀ ਧੀ ਦਾ ਵਿਆਹ ਹੋਇਆ ਸੀ ਤੇ ਅਸੀਂ ਉਹਨੂੰ ਮੈਸੇਜ ਭੇਜਿਆ ਵਿਆਹ ਹੋਣਾ। ਉਹ ਆਇਆ, 2 ਦਿਨ ਗਾਊ ਰਿਹਾ, ਸਾਰੇ ਫੰਕਸ਼ਨ ਅਟੈਂਡ ਕਰਕੇ ਆਨੰਦ ਕਾਰਜ ਤੋਂ ਬਾਅਦ ਮੈਨੂੰ ਕਹਿੰਦਾ, ਵੀਰ ਜੀ। ਮੈਂ ਹਾਂ ਕਾਕੇ, ਅਸੀਂ ਉਹਨੂੰ ਕਾਕਾ ਕਹਿੰਦੇ। ਅੱਛਾ। ਵੀ ਮੈਂ ਅੱਜ ਰਾਤ ਨੂੰ ਚਲੇ ਜਾਣਾ, ਮੇਰਾ ਕੱਲ ਨੂੰ ਪ੍ਰੋਗਰਾਮ ਹੈ ਕਰਤਾਰਪੁਰ ਜੀ। ਮੈਂ ਕਿਹਾ ਤੂੰ 2 ਕੈਂਸਲ ਹੈ? ਕਹਿੰਦਾ ਮੈਂ ਤਾਂ ਆਇਆ, ਮੈਂ ਜ਼ਿੰਦਗੀ ਭਰ ਆਪਣੇ ਆਪ ਨੂੰ ਮਾਫ ਨਹੀਂ ਸੀ ਕਰਨਾ ਕਿ ਮੈਂ ਬੇਟੀ ਦੇ ਵਿਆਹ ਤੇ ਨਹੀਂ ਆਇਆ। ਸੋ ਇੰਨੀ ਵਫਾ ਵੀ ਹੈਗੀ। ਔਰ ਇੱਕੋ ਇੱਕ ਜਿਹੜਾ ਤੁਸੀਂ ਕਹਿੰਦੇ ਇਕਲੌਤਾ ਕਲਾਕਾਰ ਹੈ ਜਿਹੜਾ ਤੁਹਾਡੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕਦੀ ਵੀ ਉਸ ਬੱਚੇ ਨੇ ਮੇਰੇ ਨਾਲ ਹੀ ਨਹੀਂ, ਕਿਸੇ ਨਾਲ ਵੀ ਐਸਾ ਦੁਰਵਿਵਹਾਰ ਕੀਤਾ ਹੋ। ਹਰਭਜਨ ਮਾਨ ਹੋ ਰਿਹਾ। ਉਹ ਬਾਪੂ ਪਾਰਸ ਦਾ ਜਿਹੜਾ ਕਹਿੰਦੇ ਨਾ ਕਰਨੈਲ ਸਿੰਘ ਜੀ, ਉਹਦਾ ਪੂਰਾ ਛੰਡਿਆ ਹੋਇਆ। ਪਰ ਦੀਵੇ ਥੱਲੇ ਹਨੇਰਾ ਕਈ ਵਾਰੀ ਹੋ ਜਾਂਦਾ, ਕਈ ਘਰ ਦੇ ਵੀ ਨਹੀਂ ਬਾਪੂ ਪਾਰਸ ਦੇ ਝੰਡੇ ਹੋਏ ਸੀ। ਪਰ ਜਿਹੜਾ ਹਰਭਜਨ ਹੈ, ਉਹਨੇ ਉਹਨਾਂ ਦਾ ਸਤਾਰ
ਰਣਜੀਤ ਸਿੰਘ ਜੀ ਸਿੱਧਵਾਂ ਵਾਲੇ, ਕਿਆ ਬਾਤ ਸੀ, ਬਹੁਤ ਵੱਡੇ ਗੁਣੀ ਬੰਦੇ ਸੀ। ਮੈਂ ਬਾਪੂ ਪਾਰਸ ਦਾ ਫੈਨ ਹੈ ਜੀ, ਉਹਨੇ ਮੈਨੂੰ ਥਾਪੜਾ ਦਿੱਤਾ ਸੀ ਜਦ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਸੀ। ਕਹਿੰਦਾ ਪੁੱਤ ਮਾਰ ਨਹੀਂ ਖਾਏਗਾ। ਮੈਨੂੰ ਇਹ ਨਹੀਂ ਸਮਝ ਆਇਆ ਕੀ ਮਤਲਬ ਹੈ, ਪਰ somehow he had feeling for me। ਸੋ ਅੱਗੇ ਜਿਹੜੇ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਸਿੱਧੂ ਮੂਸੇਵਾਲਾ ਜਾਂ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਕਲਾਕਾਰ ਆ, ਮੈਨੂੰ ਇਹ ਵੀ ਪਤਾ ਔਰ ਮੈਨੂੰ ਦੱਸਣ 'ਚ ਕੋਈ ਇਹ ਜਿਹੀ ਹਿਚਕਚਾਹਟ ਨਹੀਂ ਹੈ ਕਿ ਵੀ ਉਹਨਾਂ ਨੇ ਵੀ ਸਿੱਧੂ ਮੂਸੇਵਾਲੇ ਹੋਰਾਂ ਵਾਲੇ ਜਿਹੜੇ ਇਸ ਤਰ੍ਹਾਂ ਦੇ ਕਲਾਕਾਰ ਆ, ਉਹਨਾਂ ਨੇ ਵੀ ਬਥੇਰਿਆਂ ਨੇ ਤੁਹਾਡੇ ਤੱਕ ਪਹੁੰਚ ਜਿਹੜੀ ਕੀਤੀ ਹੈ, ਅਪਰੋਚ ਕੀਤੀ ਹੈ। ਇੱਕ ਵਾਰੀ ਨਾ ਕੁਛ ਮੈਨੂੰ ਨਾ ਇੱਕ ਮੰਗੀ ਮਾਲ ਆ, ਉਹ ਇਸ ਕਰਕੇ ਉਹ ਮਾਲ ਹੈ ਜਲੰਧਰ ਕੋਲ ਰਹਿੰਦਾ, ਉਹ ਗਾਇਕ ਹੈ। ਹਾਂਜੀ ਜੀ, ਉਹ ਮੈਨੂੰ ਮਿਲਣ ਆਇਆ, ਉਹਦੇ ਨਾਲ 2-3 ਬੰਦੇ ਹੋਰ ਵੀ ਸੀ ਤੇ ਮੂਸੇਵਾਲ ਵੀ ਉਹਨਾਂ 'ਚ ਸੀ। ਅੱਛਾ। ਮੈਂ ਚਾਹ ਪਾਣੀ ਜੋ ਵੀ ਪੜਾਇਆ ਚਲੇ, ਤੇ ਮੈਂ ਦਾਣ ਵੇਲੇ ਪੁੱਛਿਆ ਕਾਕਾ ਤੁਸੀਂ ਕੀ ਕਰਦੇ ਹੋ? ਕਹਿੰਦੇ ਜੀ ਮੈਂ ਗਾਉਂਦਾ ਹੈ। ਅੱਛਾ। ਮੈਂ ਕਿਹਾ ਤੁਹਾਡਾ ਨਾਂ? ਕਹਿੰਦਾ ਸਿੱਧੂ ਮੂਸੇਵਾਲਾ। ਇਹ ਬੜੀ ਪੁਰਾਣੀ 2-3 ਸਾਲ 4 ਸਾਲ ਪੁਰਾਣੀ ਗੱਲ। ਮੈਂ ਕਿਹਾ ਅੱਛਾ। ਉਹਨੇ ਦੱਸਿਆ ਤੇ ਮੈਨੂੰ ਬੜਾ ਸ਼ੌਕ ਹੋਇਆ ਵੀ ਬੜਿਆ ਮੂਸੇ। ਕਹਿੰਦਾ ਜੀ ਮੈਨੂੰ ਤਾਂ 8 ਲੱਖ ਬੰਦਿਆਂ ਨੇ ਹਿੱਟ ਕੀਤਾ। ਮੈਂ ਸਮਝਿਆ ਜ਼ਰੂਰ ਵਧੀਆ ਗੱਲ ਹੋਣੀ ਹੈ। ਮੈਂ ਭਰਾਵਾ ਹੀਟਾਂ ਜਾ ਕੇ ਕੰਪਿਊਟਰ ਤੇ ਪੰਚਨ ਕੀਤਾ, ਜਦੋਂ ਬਰਕਤ ਦੂਣੀ ਦਾ ਪਹਾੜਾ ਦੇਖਿਆ। ਸਮਝ ਗਏ ਨਹੀਂ? ਮੈਂ ਕਹਿੰਦਾ ਸੰਗੀਤ 'ਚ ਪਰਿਵਰਤਨ ਆਉਣਾ ਚਾਹੀਦਾ ਜੀ। ਜਿਹੜੀ ਰਿਦਮ ਦੇ ਗਾਣੇ, A.S. ਕੰਗ ਦਾ ਪਹਿਲਾ ਗਾਣਾ ਸੀ ਗਿੱਧਿਆਂ ਦੀ ਰਾਣੀ ਯਾਨੀ ਗਿੱਧੇ ਵਿੱਚ ਆ ਜੀ। ਜਦੋਂ ਅਸੀਂ ਪਾਰਟੀਆਂ ਜਾਈਦਾ ਸੀ, ਜਿਹੜੇ ਲੇਡੀਜ਼ ਜਾਂ ਸਾਰੇ, ਕੋਈ ਨੱਚਣ ਦਾ ਫੈਸ਼ਨ ਨਹੀਂ ਸੀ। ਲੋਕੀ ਬਹਿ ਜਾਂਦੇ ਸੀ, ਦਾਰੂ ਪੀਂਦੇ ਸੀ, ਸਨੈਕ ਖਾਦਾ, ਰੋਟੀ ਖਾਦੀ, ਘਰ ਨੂੰ ਆ ਗਏ। ਉਹ ਗਾਣੇ ਨਾਲ ਨੱਚਣ ਵਾਲਾ ਦੌਰ ਸ਼ੁਰੂ ਹੋਇਆ। ਇਹ 78-79 ਦੀ ਗੱਲ ਹੈ। ਵਾਹ ਵਾਹ। ਉਹ ਤੋਂ ਬਾਅਦ ਜਿੰਨੇ ਵੀ ਗਾਣੇ ਵਾਲੇ ਆਏ, ਉਹਨਾਂ ਨੇ ਗਿੱਧਿਆਂ ਦੀ ਰਾਣੀਏ ਤੋਂ ਬਾਅਦ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹ ਰੰਗ ਲੈਣ ਦੀ। ਕੋਈ ਬੁਰੀ ਗੱਲ ਨਹੀਂ ਸੀ, ਕਾਮਯਾਬ ਸੀ, ਬੜੇ ਬੰਦੇ ਗਾਏ, ਸਾਰਿਆਂ ਨੇ ਗਾਇਆ। ਤੇ ਮੈਂ ਬੀਜੀ ਸੁਰਿੰਦਰ ਕੌਰ ਨੂੰ ਕਿਹਾ ਬੀਜੀ ਇਹੋ ਜਿਹਾ, ਕਹਿੰਦੀ ਸੁਰਿੰਦਰ ਕੌਰ ਇਹੋ ਜਿਹਾ ਗਾ। ਮਤਲਬ ਉਹ ਇਹਨੂੰ ਘਟੀਆ ਸਮਝਦੇ ਸੀ। ਜਦ ਤੱਕ ਕਲਾਸੀਕਲ ਟੱਚ ਨਹੀਂ। ਹੁਣ ਜਿੱਦਾਂ ਤੁਸੀਂ ਸ਼ਿਵ ਕੁਮਾਰ ਦੀ ਗੱਲ ਕਰਦੇ, ਬੀਜੀ ਨੇ ਗਾਇਆ ਮਹਿਰਮ ਦਿਲਾਂ ਦੇ ਮਾਹੀ ਮੋੜੇਂਗਾ ਕਦ ਮਾਰਾ ਕਿੱਥੇ ਬਿਰਹਣ ਭਿੱਜੀ। ਪਰ ਜਦ ਬੀਜੀ ਨੇ ਗਾਇਆ ਨਾ ਮੈਨੂੰ ਹੀਰੇ ਹੀਰੇ ਆਖੇ ਮੁੰਡਾ ਲੰਬੜਾਂ ਦਾ, ਤਾਂ ਬੀਬੀ 45 ਸਾਲ ਤੋਂ ਉੱਤੇ ਸੀ, 18 ਸਾਲ ਦੀ ਨੌਜਵਾਨ ਲੜਕੀ ਲੱਗਦੀ ਸੀ। ਔਰ ਉਹਨਾਂ ਦੇ ਜਿਹੜੇ ਹਾਵ ਭਾਵ ਵੀ, ਔਰ ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚੋਂ ਲੱਗਦਾ ਨਜ਼ਰ ਹੀ ਆਉਂਦਾ ਸੀ ਕਿ 18 ਸਾਲ ਦੀ ਲੜਕੀ ਕੋਈ ਗਾ ਰਹੀ ਹੈ। ਮੈਂ ਇੱਕ ਖਾਸ ਗੱਲ ਦੱਸਣੀ ਚਾਹੁੰਦਾ, ਇਹ ਸਹੀ ਆ ਕਿ ਉਹਨਾਂ ਦਾ ਕਿੱਤਾ ਜੀ, ਪ੍ਰੋਫੈਸ਼ਨ, ਪੈਸੇ ਲੈ ਕੇ ਗਾਉਣਾ ਸੀ। ਪਰ ਜਦ ਉਹ ਸਟੇਜ ਤੇ ਚੜ ਜਾਂਦੇ ਸੀ, ਉਹ ਪੈਸੇ ਵੀ ਭੁੱਲ ਜਾਂਦੇ ਸੀ। ਉਹਨਾਂ ਨੂੰ ਇੱਕ ਕਿਸਮ ਦਾ ਨਾ ਚੱਲ, ਅੰਦਰੋਂ ਨਸ਼ਾ। ਹਾਂ ਜੀ। ਅਸੀਂ ਇੱਕ ਵਾਰੀ ਵਾਸ਼ਿੰਗਟਨ ਸ਼ੋਅ ਕਰ ਰਹੇ ਹਾਂ, ਤੇ ਉਹ ਜਿਹੜੇ ਪ੍ਰਬੰਧਕ ਗੋਰੇ ਸੀ, ਜਿਹੜੇ ਸਾਊਂਡ ਵਾਲੇ, ਉਹਨਾਂ ਨੇ ਕਿਹਾ ਜੀ ਵੀ ਤੁਸੀਂ ਅੱਧਾ ਘੰਟਾ ਰਨ ਕਰ ਰਹੇ, ਮੈਂ ਹੁਣ ਪਰਦਾ ਸਿੱਟ ਦੇਣਾ, ਉਹਨੂੰ ਕਹੋ ਬੰਦ ਕਰੇ ਜੀ। ਤੇ ਮੈਂ ਉਹਨਾਂ ਕੋਲ ਨਾਲ ਜਾ ਕੇ ਖੜ ਗਿਆ, ਵੀਰ ਜੀ ਮੇਰੀ ਬਸ ਪ੍ਰੋਗਰਾਮ ਕਰਨਾ। ਬੱਚਾ ਇੱਕ ਤਾਂ ਗਾ ਲੈਣ ਦੇ ਸੂ, ਜਦੋਂ ਨਾ ਬੱਚਾ ਤਰਲੇ ਕਰਦਾ, ਕੋਈ ਮਠਿਆਈ ਲੈਣੀ ਜਾਂ ਕਿਸੇ ਹੋਰ ਕਰ ਲਈ, ਤੇ ਮੈਂ ਫਿਰ ਅਖੀਰ 'ਚ ਉਹਨਾਂ ਦੀ ਬਾਂਹ 'ਚ ਬਾਂਹ ਪਾਈ, ਮਾਈਕ੍ਰੋਫੋਨ ਫੜ, ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ। ਮੈਂ ਕਿਹਾ ਬੀਜੀ ਉਹ ਬੰਦੇ ਨੇ ਪਰਦਾ ਸਿੱਟ ਦੇਣਾ ਸੀ। ਅੱਛਾ, ਹੁਣ ਉਹਨਾਂ ਦਾ ਮੁਹੱਬਤ ਇਹ ਸੀ ਜੀ ਕਿ ਜੇ ਮੈਂ ਉਹਨਾਂ ਦੀ ਕਾਪੀ ਦਾ ਵਰਕਾ ਖੋਲ ਕੇ ਕਾਪੀ ਮੋਰੇ ਖਸਕਾ ਦਿੱਤੀ ਆ, ਤਾਂ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਣਾ, ਉਹ ਨੈਕਸਟ ਗਾਣਾ ਉਹ ਹੀ ਗਾਇਆ। ਸ਼ੀ ਟਰਸਟਡ ਮੀ ਦੈਟ ਮਚ। ਹੁਣ ਵੀ ਉਹ ਨਹੀਂ, ਆਈ ਮਿਸ ਹਰ। ਜੀ ਪੂਰੇ ਹੋ ਗਏ। ਤਾਂ ਮੂਸੇਵਾਲਾ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਗਾਇਕੀ ਦਾ ਪਰਿਵਰਤਨ ਹੋਣਾ ਲਾਜ਼ਮੀ ਹੈ, ਹੋਣਾ ਵੀ ਚਾਹੀਦਾ ਹੈ, ਪਰ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਹੋਵੇ ਜੀ। ਤੇ ਫਿਰ ਤੁਸੀਂ ਰੈਪ ਤਾਂ ਕਾਲਿਆਂ ਦਾ ਮਿਊਜ਼ਿਕ ਹੈ ਵੀਰੇ, ਇਹ ਤੇ ਰਿਦਮ ਚੱਲਦੀ ਹੈ, ਉਹਦੇ ਵਿੱਚ 1 2 3 4 5 ਤੱਕ ਏਦਾਂ ਮਾਫ ਕਰਨਾ, ਇਹ ਮੈਂ ਇਗਨੋਰੈਂਸ ਵੀ ਮੇਰੀ ਹੋ ਸਕਦੀ ਹੈ, ਪਰ ਇਹ ਪੰਜਾਬੀ ਸੰਗੀਤ ਨਹੀਂ ਹੈ ਜੀ। ਪਰ ਜਦੋਂ ਮਾਹਰ ਸਾਹਿਬ ਤੁਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਜਿਹੜੇ ਕਲਾਕਾਰਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ, ਪਰ ਅੱਜ ਦਾ ਜਿਹੜਾ ਦੌਰ ਆ ਰਿਹਾ ਉਹ ਨਸ਼ਿਆਂ ਨੂੰ, ਹਥਿਆਰਾਂ ਨੂੰ, ਜਾਂ ਇਹ ਕਹਿ ਲਓ ਕਿ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਪ੍ਰਮੋਟ ਕਰਨ ਵਾਲਾ ਮਿਊਜ਼ਿਕ ਵੀ, ਔਰ ਜਿਹੜੀ ਸ਼ਬਦਾਵਲੀ ਹੈ ਜਾਂ ਲਿਰਿਕਸ ਹੈ, ਵੀਡੀਓ ਵੀ ਬਿਲਕੁਲ। ਮੇਰੀ ਮੁਸੀਬਤ ਇਹ ਆ ਕਿ ਮੈਨੂੰ ਜਦ ਲੱਭਣੇ ਪੈਂਦੇ ਨਾ ਗਾਣੇ ਲਾਉਣ ਲਈ, ਹਰ ਹਫਤੇ ਮੈਂ ਦੇਖਦਾ ਕੋਈ ਚੱਜਦਾ ਮਿਲ ਜਾਏ ਜੀ, ਤੇ ਬੜੀ ਤਕਲੀਫ ਹੁੰਦੀ ਹੈ। ਸਮਝੇ ਕਿ ਨਹੀਂ? ਉਹ ਬੰਦੂਕਾਂ, ਪਿਸਤੌਲ ਤੇ ਕਬਜ਼ਾ ਲੈਣਾ ਹੈ, ਮੈਨੂੰ ਭੈੜਾ ਲੱਗਦਾ। ਇਹ ਸਾਡਾ ਕਲਚਰ ਨਹੀਂ ਜੀ। ਔਰ ਜਿਹੜੇ ਕੋਈ ਆਪਾਂ ਬੱਬੂ ਮਾਨ ਹੋਰਾਂ ਦੀ ਗੱਲ ਕਰੀਏ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਿੰਗਰ ਨੇ, ਬਹੁਤ ਸਾਰੇ ਆ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਪਿਆਰ ਵੀ ਕਰਦੇ ਆ। ਕੀ ਮਾੜਾ ਕੀ ਚੰਗਾ ਉਹ ਪਿਆਰ ਕਰਨ ਵਾਲੇ ਜਾਣਦੇ ਆ ਜਾਂ ਨਹੀਂ। ਮੈਂ ਵੀ ਬੱਬੂ ਮਾਨ ਨੂੰ ਬਹੁਤ ਪਿਆਰ ਕਰਦਾ, ਪਰ ਜਦ ਉਹਦੀ ਕੋਈ ਗੱਲ ਮੈਨੂੰ ਖਟਕਦੀ ਹੈ, ਫਿਰ ਮੈਂ ਉਹਨੂੰ ਕਹਿ ਵੀ ਦਿੰਦਾ, ਮੇਰੀ ਸੁਣ ਵੀ ਲੈਂਦਾ ਜੀ। ਉਮਰਾਂ ਧੜਕ ਜਿਹਾ ਬੰਦਾ, ਉਹ ਕਿਤੋਂ ਨਾ ਡਰਦਾ। ਉਹ ਪੈਸੇ ਠੀਕ ਹੈ,
ਪੈਸੇ ਲਈ ਸਾਰੀ ਦੁਨੀਆ ਖਾਂਦੀ, ਉਹ ਵੀ ਗਾਉਂਦਾ ਹੋਏਗਾ, ਪਰ ਉਹ ਅੜੀਅਲ ਬੰਦਾ, ਉਹਨੇ ਜੋ ਦਿਲ 'ਚ, ਉਹ ਕਿਸੇ ਦੀ ਪ੍ਰਵਾਹ ਪੂਰਵ ਨਹੀਂ ਕਰਦਾ। ਹੁਣ ਤਾਂ ਗੁਰਦਾਸ ਨੇ ਵੀ ਕਹਿ ਦਿੱਤਾ ਸੀ ਝਾਂਜਰਾਂ ਪਾ ਕੇ ਜਿਹੜਾ ਤੀਵੀਆਂ ਵਾਂਗੂ ਨੱਚਦਾ ਇੱਕ ਗਾਣਾ ਗੁਰਦਾਸ ਨੇ ਪੈਰਾਂ ਝਾਂਜਰ ਪਾਈ ਸੀ ਜੀ ਜੀ, ਉਹਨੂੰ ਨਹੀਂ ਚੰਗੀ ਲੱਗੀ, ਉਹਨੇ ਕਹਿ ਦਿੱਤਾ। ਗੁਰਦਾਸ ਮਾਨ ਨੂੰ ਕਿਹੜਾ ਟੋਕ ਸਕਦਾ, ਕੋਈ ਤਾਂ ਹੈ। ਪਰ ਅੱਜ ਕੱਲ੍ਹ ਜੋ ਦੌਰ ਚੱਲ ਰਿਹਾ ਨਾ ਮਹਲ ਸਾਹਿਬ, ਉਹ ਵੀ ਇਹ ਵੀ ਹੈ ਕਿ ਇੱਕ ਪਾਸੇ ਕਹਿੰਦੇ ਜੀ ਮਤਲਬ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕੀ ਕਰ ਰਹੀ ਹੈ ਕਿ ਇੱਕ ਪਾਸੇ ਸਿੱਧੂ ਮੂਸੇਵਾਲੇ ਦਾ ਅਖਾੜਾ ਜੀ, ਦੂਜੇ ਪਾਸੇ ਬੱਬੂ ਮਾਨ ਦਾ ਅਖਾੜਾ, ਦੇਖੋ ਵੋਟਿੰਗ ਵੀ ਕਰਵਾਈ ਜਾ ਰਹੀ ਹੈ, ਕਿਹਨੂੰ ਵੋਟਾਂ ਜ਼ਿਆਦਾ ਮਿਲਦੀਆਂ, ਕਿਹਨੂੰ ਵੱਧ ਵੋਟਾਂ ਮਿਲਦੀਆਂ, ਮਤਲਬ ਅਜਿਹਾ ਦੌਰ ਹੈ। ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਹੋ ਵੀ ਕੀ ਹੈ ਤੇ ਔਰ ਅੱਗੇ ਚੱਲ ਕੇ ਕੀ ਬਣਨਾ? ਇਹ ਮੈਂ ਸਮਝਦਾ ਪੰਜਾਬੀ ਗਾਇਕੀ ਦਾ ਨਿਗਾਰ ਹੈ। ਬਿਲਕੁਲ, ਇਹ ਕੋਈ ਚੜ੍ਹਦੀ ਕਲਾ ਵਾਲੀ ਗੱਲ ਨਹੀਂ। ਮੈਂ ਵੀ ਇਹ ਵੀ ਨਹੀਂ ਕਹਿੰਦਾ ਕਿ ਹਰ ਬੰਦਾ ਹੀਰ ਗਾਵੇ, ਮਿਰਜ਼ਾ ਗਾਵੇ, ਕੁਛ ਨਵਾਂ ਹੋਵੇ, ਕੋਈ ਗੱਲ ਨਹੀਂ ਜੀ, ਪਰ ਯਾਰ ਕੋਈ ਤਹਿਜ਼ੀਬ ਵਿੱਚ ਹੋਵੇ, ਕੋਈ ਸੁਰ ਦੀ ਗੱਲ ਹੋਵੇ ਜੀ। ਨੱਚਣਾ ਟੱਪਣਾ ਵੀ ਹੁਣ ਅਸੀਂ ਅੱਕ ਗਏ ਆ। ਜਿਹੜੇ ਉਹ ਨੱਚਣ ਦਾ ਦੌਰ ਸੀ ਨਾ, ਗਿੱਧਿਆਂ ਦੀ ਰਾਣੀ ਤੋਂ ਸ਼ੁਰੂ ਹੋਇਆ, ਉਹ 30-40 ਸਾਲ ਬਥੇਰਾ ਨੱਚ ਲਿਆ ਜੀ। ਉਹ ਕਿ ਤੂੰ ਨਹੀਂ ਬੋਲਦੀ ਰਕਾਨੀ ਤੇਰਾ ਯਾਰ ਬੋਲ, ਦੱਸੋ ਆਪਣੀ ਭੈਣ ਨਾਲ ਨੱਚ ਰਿਹਾ ਦੁਰ ਬਿੱਟੇ ਤੇ ਉਧਰ ਨੂੰ ਇਸ਼ਾਰੇ ਕਰ ਰਿਹਾ। ਹਾਂ, ਇਹ ਚੰਗੀ ਗੱਲਾਂ ਨਹੀਂ, ਠੀਕ ਹੈ। ਅੱਛਾ, ਤੀਸਰਾ, ਵੈਸੇ ਕ੍ਰਿਟਿਸਾਈਜ਼ ਕਰਨਾ ਬਹੁਤ ਸੌਖਾ, ਹੱਲ ਲੱਭਣਾ ਬਹੁਤ ਔਖਾ ਜੀ। ਹਾਂਜੀ, ਆਪਾਂ ਪਤਾ ਲੱਗ ਗਿਆ ਬਿਮਾਰੀ ਇਹ ਸਾਨੂੰ ਦਿਸਦੀ ਵੀ ਹੈ, ਤੇ ਹੁਣ ਹੱਲ ਇਹ ਹੈ ਜਾਂ ਤਾਂ ਤੁਸੀਂ ਵਿੱਚ ਹੋਵੋ ਤਾਂ ਹੱਲ ਕਰੋ। ਹੁਣ ਮੇਰੀ ਆਯੂ ਵੱਧ ਗਈ ਹੈ, ਮੈਂ ਪਿਛਲੇ 10-12 ਸਾਲ ਤੋਂ ਇਹ ਕੰਮ, 12 ਤੋਂ ਬਾਅਦ ਕੰਮ ਛੱਡ ਦਿੱਤਾ ਜੀ। ਪਰ ਹਾਂ, ਮੈਨੂੰ ਹੱਕ ਹੈ, ਜਿਹੜਾ ਮੇਰਾ ਆਪਦਾ ਟੀਵੀ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਮੈਂ ਆਪਣੀ ਮਰਜ਼ੀ ਕਰਦਾ। ਹੁਣ ਮੈਨੂੰ ਪਿੱਛੇ ਜੇ ਇੱਕ ਹੀਰ ਗਾਈ ਹੈ ਜੀ, ਬਾਬਾ 91 ਸਾਲ ਦਾ, ਉਹਦਾ ਮੁੰਡਾ 67 ਸਾਲ ਦਾ, ਉਹਦਾ ਪੋਤਰਾ 27 ਸਾਲ ਦਾ। 3 ਬੰਦਿਆਂ ਨੇ ਹੀਰ ਸਿਰਫ ਗਾਈ ਹੈ, ਕੋਲੈਬੋਰੇਟ ਕਰਕੇ। ਹਾਂ, ਬਜ਼ੁਰਗ ਨੇ ਗਾਈ ਹੈ, ਉਹਦੇ ਪੁੱਤਰ ਨੇ ਗਾਈ, ਉਹ ਪੋਤਰੇ ਨੇ ਗਾਈ, ਇੱਧਰ ਤਿੰਨੇ ਇੰਜ ਬੈਠੇ ਨੇ। ਅੱਛਾ ਲੱਗਾ। ਉਹ 6-7 ਮਿੰਟ ਦੀ ਆਈਟਮ ਅੱਡੇ ਦੇ, ਚੰਗਾ, ਬਹੁਤ ਕੁਝ ਹੋ ਰਿਹਾ, ਬਹੁਤ ਕੁਝ ਅੱਛੇ ਮਸਕੀਨ ਆਰਟਿਸਟ ਨੇ। ਯੂਗੂਬ ਇੱਕ ਬੱਚਾ, ਉਹ ਵੀ ਟਰਾਈ ਕਰ ਰਿਹਾ ਜੀ, ਪਰ ਮੈਨੂੰ ਭਵਿੱਖ 'ਚ ਹਾਲੇ ਕੋਈ ਐਸਾ ਬੰਦਾ ਨਹੀਂ ਦਿਸਿਆ ਜਿਹੜਾ ਕਿ ਇਹ ਕਾਪਾ ਪੂਰਾ ਕਰੇਗਾ। ਨਾ ਸੁਰਿੰਦਰ ਕੌਰ ਪੈਦਾ ਹੋਏਗੀ, ਨਾ ਯਮਲਾ ਪੈਦਾ ਹੋਏਗਾ, ਔਰ ਹੋਣੇ ਚਾਹੀਦੇ ਆ, ਹੋਣੇ ਚਾਹੀਦੇ। ਮੈਂ ਨਹੀਂ ਕਹਿੰਦਾ ਉਹਦੀ ਡਿਟੋ ਕਾਪੀ ਹੋਵੇ, ਉਸ ਰੰਗ 'ਚ ਕੋਈ ਹੋਰ ਨਵੀਂ ਗੱਲ ਕਰਨ ਵਾਲੇ ਹੋਣੇ ਚਾਹੀਦੇ। ਜੀ ਜੀ, ਬਾਕੀ ਠੀਕ ਹੈ, ਦੇਖੋ ਸਮਾਂ ਕੀ ਕਹਿੰਦਾ। ਬਹੁਤ ਬਹੁਤ ਸ਼ੁਕਰੀਆ ਮਾਹਲ ਸਾਹਿਬ। ਔਰ ਅੱਜ ਖੱਟੀਆਂ ਮਿੱਠੀਆਂ ਜਿਹੜੀਆਂ ਯਾਦਾਂ ਵੀ ਤਾਜ਼ੀਆਂ ਹੋ ਗਈਆਂ, ਔਰ ਸਾਡੇ ਗਿਲੇ ਸ਼ਿਕਵੇ ਵੀ ਮੈਨੂੰ ਲੱਗਦਾ ਉਹਨਾਂ ਤੱਕ ਪਹੁੰਚਦੇ ਹੋ ਜਾਣੇ। ਨਹੀਂ, ਇਹ ਕੋਈ ਪਹੁੰਚਣੇ ਦੀ ਗੱਲ ਨਹੀਂ, ਐਵੇਂ ਹਵਾੜ ਛੱਡਣੀ ਵੀ ਗਲਤ ਗੱਲ ਹੈ ਜੀ। ਮੈਂ ਤਾਂ ਕਹਿੰਦਾ ਹੁੰਦਾ, ਕਲਾ ਕੀ ਹੈ, ਜ਼ਿੰਦਗੀ ਦੇ ਦੀਦਿਆਂ ਦਾ ਨੂਰ ਹੈ, ਕਲਾ ਜਲਵਾ ਕਵੀ ਮੂਸਾ ਜ਼ਿੰਦਗੀ ਕੋ ਤੂਰ ਹੈ, ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਨਾ ਹੈ ਜੇ, ਆਹ ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ। ਬਹੁਤ ਅੱਛਾ, ਬਹੁਤ ਅੱਛਾ, ਬੜਾ ਖੂਬਸੂਰਤ ਸ਼ੇਰ, ਔਰ ਸਾਡੀ ਸਮਾਪਤੀ ਵੀ ਇਸ ਸ਼ੇਰ ਦੇ ਨਾਲ ਹੀ ਕਰਦੇ ਹਾਂ। ਔਰ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ। ਚੰਗਾ ਲੱਗਾ, ਇੱਥੇ ਆਉਣਾ ਚੰਗਾ ਲੱਗਦਾ ਜੀ। ਬਹੁਤ ਸ਼ੁਕਰੀਆ ਆਪ ਜੀ ਦਾ, ਬਹੁਤ ਸ਼ੁਕਰੀਆ। ਔਰ ਤੁਹਾਡਾ ਵੀ ਸ਼ੁਕਰੀਆ ਦੋਸਤੋ। ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਪਿਆਰ ਦਿੰਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਨੂੰ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਔਰ 7 ਤੋਂ 8 ਇਸ ਦਾ ਸਮਾਂ ਹੁੰਦਾ। ਨਵੇਂ ਸੁਝਾਅ, ਤੁਹਾਡੀ ਫੀਡਬੈਕ ਔਰ ਨਵੇਂ ਵਿਸ਼ਿਆਂ ਦੀ ਸਾਨੂੰ ਤਾਂਘ ਰਹੇਗੀ, ਜ਼ਰੂਰ ਕਾਲ ਕਰਕੇ ਦੱਸਿਓ। ਇਸੇ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਸਮਾਪਤ ਕਰਦੇ ਹਾਂ ਔਰ ਨਵੇਂ ਵਿਸ਼ੇ ਅਤੇ ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ, ਘਰਾਂ 'ਚ ਰਹੋ, ਹੱਸਦੇ ਰਹੋ। ਸ਼ਬ ਬਖੈਰ। ਸਤਿ ਸ਼੍ਰੀ ਅਕਾਲ ਜੀ।